ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਪੈਸੇ ਲਈ ਬਦਲਦੇ ਰਿਸ਼ਤਿਆਂ ਦੀ ਕਹਾਣੀ ਦੇ ਨਾਲ। ਉਮੀਦ ਹੈ ਇਹ ਕਹਾਣੀ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ। ਦਲਜੀਤ ਦਾ ਪਾਪਾ ਸੁਖਵੰਤ ਸਿੰਘ ਸਰਕਾਰੀ ਨੌਕਰੀ ਤੋਂ ਹੁਣ ਰਿਟਾਇਰ ਹੋ ਚੁੱਕਿਆ ਸੀ। ਉਸਦੇ 4 ਬੱਚੇ ਸੀ, 3 ਮੁੰਡੇ ਤੇ 1 ਕੁੜੀ। ਸਭ ਤੋਂ ਵੱਡੇ ਮੁੰਡੇ ਦਾ ਉਹਨਾਂ ਨੇ ਵਿਆਹ ਕਰ ਦਿੱਤਾ ਤੇ ਦਲਜੀਤ BA ਕਰ ਰਹੀ ਸੀ। ਜਦੋਂ ਦਲਜੀਤ ਨੇ BA ਪਾਸ ਕਰ ਲਈ ਤਾਂ ਉਸਦੇ ਵਿਆਹ ਬਾਰੇ ਸੋਚਣ ਲੱਗੇ। ਦਲਜੀਤ ਦੇ ਪਾਪਾ ਇੱਕ ਬਹੁਤ ਹੀ ਚਲਾਕ ਕਿਸਮ ਦੇ ਇਨਸਾਨ ਸੀ। ਸੁਖਵੰਤ ਸਿੰਘ ਦੇ ਦੋਸਤ ਨੇ ਇੱਕ ਦਿਨ ਦਲਜੀਤ ਦੇ ਰਿਸ਼ਤੇ ਬਾਰੇ ਦੱਸ ਪਾਈ। ਦਲਜੀਤ ਦਾ ਇੱਕ ਭਰਾ ਅਜੇ ਕੁਆਰਾ ਸੀ ਜੋ ਦਲਜੀਤ ਤੋਂ ਵੱਡਾ ਸੀ ਤੇ ਇੱਕ ਦਲਜੀਤ ਤੋਂ ਛੋਟਾ ਸੀ। ਦਲਜੀਤ ਦੇ ਪਾਪਾ ਨੇ ਘਰ ਚੰਗਾ ਹੋਣ ਕਰਕੇ ਹਾਂ ਕਰ ਦਿੱਤੀ। ਉਹ ਗੁਰਬੀਰ ਨੂੰ ਦੇਖਣ ਲਈ ਉਹਨਾਂ ਦੇ ਘਰ ਗਏ। ਦਲਜੀਤ ਦੇ ਪਾਪਾ ਦੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਜੋ ਪੈਸਾ ਮਿਲਿਆ ਸੀ ਉਸ ਨਾਲ ਦਲਜੀਤ ਦਾ ਵਿਆਹ ਕਰਕੇ ਫਾਰਗ ਹੋਣਾ ਚਾਹੁੰਦੇ ਸੀ। ਦਲਜੀਤ ਦੇ ਪਾਪਾ ਸਰਕਾਰੀ ਨੌਕਰੀ ਤੇ ਕਿਸੇ ਵੱਡੇ ਅਹੁਦੇ ਤੇ ਨਹੀਂ ਸੀ, ਪਰ ਬਹੁਤ ਹੀ ਚਲਾਕ ਕਿਸਮ ਦੇ ਇਨਸਾਨ ਸੀ। ਦਲਜੀਤ ਦੇ ਲਈ ਉਹਨਾਂ ਨੇ ਗੁਰਬੀਰ ਨੂੰ ਪਸੰਦ ਕੀਤਾ। ਉਹ ਸਿਵਲ ਇੰਜੀਨੀਅਰ ਸੀ ਅਤੇ ਲੋਕ ਨਿਰਮਾਣ ਵਿਭਾਗ ਵਿੱਚ ਅਸਿਸਟੈਂਟ ਇੰਜੀਨੀਅਰ ਦੇ ਅਹੁਦੇ ਤੇ ਸੀ। ਗੁਰਬੀਰ ਦੇ ਪਾਪਾ ਨਹੀਂ ਸੀ ਘਰ ਵਿੱਚ, ਬਸ ਉਸਦੀ ਮੰਮੀ ਅਤੇ ਉਸ ਦੀਆਂ 4 ਭੈਣਾਂ ਸੀ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਸੀ। ਇਸ ਤੋਂ ਚੰਗਾ ਲੜਕਾ ਦਲਜੀਤ ਲਈ ਉਹਨਾਂ ਨੂੰ ਹੋਰ ਕਿਤੇ ਨਹੀਂ ਮਿਲ ਸਕਦਾ ਸੀ। ਦਲਜੀਤ ਦੇ ਪਾਪਾ ਨੇ ਆਪਣੇ ਜਵਾਈ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਪਤਾ ਨਹੀਂ ਕੀ ਪੱਟੀ ਪੜਾਈ ਕਿ ਉਹ ਦਲਜੀਤ ਦੇ ਰਿਸ਼ਤੇ ਲਈ ਮੰਨ ਗਏ। ਜਦੋਂ ਦਲਜੀਤ ਦਾ ਵਿਆਹ ਹੋਇਆ ਤਾਂ ਉਹ ਪਹਿਲੀ ਵਾਰ ਆਪਣੇ ਸਹੁਰੇ ਘਰ ਆਈ ਤਾਂ ਉਹ ਵੇਖ ਕੇ ਹੈਰਾਨ ਰਹਿ ਗਈ, ਕਿਉਂਕਿ ਗੁਰਬੀਰ ਦਾ ਘਰ ਦਲਜੀਤ ਦੇ ਘਰ ਤੋਂ ਕਿਤੇ ਜ਼ਿਆਦਾ ਸੋਹਣਾ ਸੀ। ਇਹ ਘਰ ਉਸਦੇ ਸਹੁਰੇ ਨੇ ਬੜੀ ਰੀਝ ਨਾਲ ਬਣਵਾਇਆ ਸੀ। ਦਲਜੀਤ ਦਾ ਸਹੁਰਾ ਵੀ ਬਹੁਤ ਵੱਡੇ ਅਹੁਦੇ ਤੇ ਸੀ। ਵਿਆਹ ਤੋਂ ਬਾਅਦ ਦਲਜੀਤ ਜਦੋਂ ਦੂਸਰੀ ਤੀਸਰੀ ਵਾਰ ਸਹੁਰੇ ਆਈ ਤਾਂ ਪਤਾ ਲੱਗਾ ਕਿ ਗੁਰਬੀਰ ਦੀ ਬਹੁਤ ਜ਼ਿਆਦਾ ਤਨਖਾਹ ਹੈ। ਹਰ ਤੀਸਰੇ ਚੌਥੇ ਦਿਨ ਗੁਰਬੀਰ ਨੋਟਾਂ ਦੀਆਂ ਗੁੱਟੀਆਂ ਲੈ ਕੇ ਘਰ ਆਉਂਦਾ ਸੀ ਤੇ ਉਹ ਆ ਕੇ ਆਪਣੀ ਮਾਂ ਨੂੰ ਫੜਾ ਦਿੰਦਾ ਸੀ। ਗੁਰਬੀਰ ਦੀ ਮੰਮੀ ਇੰਨੀ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ। ਹੌਲੀ ਹੌਲੀ ਉਸਨੇ ਮਹਿਸੂਸ ਕੀਤਾ ਕਿ ਮੰਮੀ ਦਾ ਝੁਕਾਵ ਆਪਣੀਆਂ ਕੁੜੀਆਂ ਵੱਲ ਜ਼ਿਆਦਾ ਹੈ। ਕੋਈ ਨਾ ਕੋਈ ਕੁੜੀ ਆ ਕੇ ਆਪਣੇ ਪੇਕਿਆਂ ਤੇ ਬੈਠੀ ਰਹਿੰਦੀ ਹੈ, ਜਿਵੇਂ ਸਾਰੀਆਂ ਨੇ ਆਪਸ ਵਿੱਚ ਰਹਿ ਕੀਤੀ ਹੋਵੇ ਕਿ ਵਾਰੀ-ਵਾਰੀ ਪੇਕਿਆਂ ਤੇ ਆਉਂਦੀਆਂ ਰਹਿਣਗੀਆਂ। ਇੱਥੋਂ ਤੱਕ ਤਾਂ ਠੀਕ ਸੀ। ਦਲਜੀਤ ਨੂੰ ਆਪਣੀਆਂ ਨਨਾਣਾਂ ਦੇ ਪੇਕੇ ਆਉਣ ਤੇ ਕੋਈ ਇਤਰਾਜ਼ ਨਹੀਂ ਸੀ, ਪਰ ਉਸਨੇ ਇਹ ਮਹਿਸੂਸ ਕੀਤਾ ਕਿ ਜਦੋਂ ਕੋਈ ਵੀ ਆਉਂਦੀ ਹੈ ਤਾਂ ਪੈਸਿਆਂ ਦੀ ਡਿਮਾਂਡ ਲੈ ਕੇ ਆਉਂਦੀ ਹੈ ਅਤੇ ਜਾਂਦੇ ਸਮੇਂ 10-20 ਹਜ਼ਾਰ ਤਾਂ ਲੈ ਹੀ ਜਾਂਦੀਆਂ ਨੇ। ਮੰਮੀ ਕੁੜੀਆਂ ਨੂੰ ਪੈਸੇ ਦਿੰਦੇ ਸਮੇਂ ਬਿਲਕੁਲ ਸੋਚਦੀ ਨਹੀਂ। ਉਸ ਦੀਆਂ ਨਨਾਣਾਂ ਦੇ ਬਹਾਨੇ ਵੀ ਬਹੁਤ ਵੱਖਰੇ ਵੱਖਰੇ ਹੁੰਦੇ। ਕਦੇ ਉਹ ਇਹ ਕਹਿੰਦੀਆਂ ਕਿ ਅਸੀਂ ਅੱਜ ਗੱਡੀ ਲੈਣੀ ਹੈ ਤੇ ਸਾਡੇ ਕੋਲ ਇੰਨੇ ਪੈਸੇ ਹੈਗੇ ਆ ਤੇ ਇੰਨਿਆਂ ਦੀ ਜ਼ਰੂਰਤ ਹੈ। ਕਦੀ ਕਹਿੰਦੀਆਂ ਅਸੀਂ ਘਰ ਪਾਉਣਾ, ਸਾਨੂੰ ਪੈਸਿਆਂ ਦੀ ਜ਼ਰੂਰਤ ਹੈ। ਤਾਂ ਰੋਜ਼ ਕੋਈ ਨਾ ਕੋਈ ਬਹਾਨਾ ਬਣਾ ਕੇ ਪੈਸੇ ਲੈ ਜਾਂਦੀਆਂ। ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹਨਾਂ ਦੇ ਕੋਲ ਪੈਸਿਆਂ ਦਾ ਕੋਈ ਦਰਖਤ ਹੋਵੇ। ਸੱਚ ਵੀ ਸੀ। ਜਦੋਂ ਗੁਰਬੀਰ ਸਾਰੀ ਤਨਖਾਹ ਲਿਆ ਕੇ ਆਪਣੀ ਮਾਂ ਦੇ ਹੱਥ ਵਿੱਚ ਦਿੰਦਾ ਤਾਂ ਦਲਜੀਤ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਮੇਰਾ ਇਸ ਘਰ ਵਿੱਚ ਕੁਝ ਨਹੀਂ ਹੈ, ਤੇ ਉਸ ਨੂੰ ਇਹ ਸਭ ਕੁਝ ਬਿਲਕੁਲ ਵੀ ਚੰਗਾ ਨਾ ਲੱਗਦਾ ਕਿ ਕੋਈ ਉਸ ਦੇ ਪਤੀ ਦੀ ਕਮਾਈ ਤੇ ਇਸ ਤਰ੍ਹਾਂ ਐਸ਼ ਕਰੇ। ਪਰ ਉਸ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਇਸ ਨੂੰ ਕਿਵੇਂ ਰੋਕੇ। ਇਹ ਸਿਲਸਿਲਾ ਆਪਣੇ ਆਪ ਰੁਕਣ ਵਾਲਾ ਨਹੀਂ ਸੀ। ਗੁਰਬੀਰ ਨੂੰ ਕਹਿਣ ਤੋਂ ਡਰਦੀ ਸੀ ਕਿਤੇ ਉਹ ਬੁਰਾ ਨਾ ਮੰਨ ਜਾਏ। ਇਹ ਕਸ਼ਮਕਸ਼ ਵਿੱਚ ਜਿਉ ਰਹੀ ਸੀ। ਵਿਆਹ ਨੂੰ ਅਜੇ ਥੋੜ੍ਹੇ ਦਿਨ ਹੀ ਹੋਏ ਸੀ। ਘਰ ਦੇ ਮਾਹੌਲ ਨੂੰ ਠੀਕ ਕਰਨ ਲਈ ਉਹ ਕੀ ਕਰੇ। ਆਪਣੇ ਪਾਪਾ ਦੀ ਤਰ੍ਹਾਂ ਚਲਾਕ ਤਾਂ ਉਹ ਬਹੁਤ ਸੀ, ਪਰ ਇੰਨੀ ਸੋਹਣੀ ਨਹੀਂ ਸੀ। ਇਸ ਲਈ ਗੁਰਬੀਰ ਤੋਂ ਦਬਦੀ ਸੀ। ਅਕਸਰ ਉਹ ਹਮੇਸ਼ਾ ਇਹੀ ਸੋਚਦੀ ਸੀ ਕਿ ਗੁਰਬੀਰ ਨੇ ਉਸ ਦੇ ਨਾਲ ਵਿਆਹ ਕਰਨ ਲਈ ਹਾਂ ਕਿਵੇਂ ਕਰ ਦਿੱਤੀ, ਜਦੋਂ ਕਿ ਉਹ ਬਹੁਤ ਵਧੀਆ ਅਹੁਦੇ ਤੇ ਸੀ ਅਤੇ ਉਸ ਤੋਂ ਕਿਤੇ ਜ਼ਿਆਦਾ ਸੋਹਣਾ ਸੀ। ਗੁਰਬੀਰ ਦਾ ਬਹੁਤ ਸੁਭਾਅ ਵਧੀਆ ਸੀ। ਕਿਸੇ ਚੀਜ਼ ਵਿੱਚ ਨੁਕਸ ਕੱਢਣ ਦੀ ਉਸ ਦੀ ਆਦਤ ਨਹੀਂ ਸੀ। ਫਿਰ ਵੀ ਦਲਜੀਤ ਗੁਰਬੀਰ ਤੋਂ ਡਰਦੀ ਸੀ। ਦਲਜੀਤ ਗੁਰਬੀਰ ਨਾਲ ਡਰ ਦੀ ਕੋਈ ਗੱਲ ਨਾ ਕਰਦੀ। ਅਗਲੀ ਵਾਰ ਜਦੋਂ ਉਹ ਆਪਣੇ ਪੇਕੇ ਗਈ ਤਾਂ ਉਸਨੇ ਆਪਣੇ ਘਰ ਦੀ ਇੱਕ ਗੱਲ ਆਪਣੀ ਮਾਂ ਨੂੰ ਜਾ ਕੇ ਦੱਸੀ। ਆਪਣੀ ਸਮੱਸਿਆ ਦਾ ਹੱਲ ਪੁੱਛਿਆ। ਦਲਜੀਤ ਦੀ ਮੰਮੀ ਨੇ ਕਿਹਾ
ਕਿ ਗੁਰਬੀਰ ਦੀ ਬਹੁਤ ਜ਼ਿਆਦਾ ਤਨਖਾਹ ਹੈ। ਜੇ ਉਹ ਪੈਸਾ ਕਮਾਉਂਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰਾ ਪੈਸਾ ਦੂਜਿਆਂ 'ਤੇ ਲੁਟਾ ਦੇਵੋ। ਮੰਮੀ, ਗੁਰਬੀਰ ਬਹੁਤ ਭੋਲਾ ਹੈ। ਉਸ ਦੇ ਭੋਲੇਪਨ ਦਾ ਫਾਇਦਾ ਉਸ ਦੀ ਮੰਮੀ ਉਠਾ ਰਹੀ ਹੈ। ਦਲਜੀਤ ਦੀ ਮੰਮੀ ਕਹਿੰਦੀ ਕਿ ਉਸ ਦੇ ਭੋਲੇਪਨ ਦਾ ਫਾਇਦਾ ਉਠਾ ਕੇ ਹੀ ਤਾਂ ਤੇਰੀਆਂ ਨਨਾਣਾ ਆਪਣਾ ਉੱਲੂ ਸਿੱਧਾ ਕਰ ਰਹੀਆਂ ਨੇ। ਜੇ ਇਵੇਂ ਹੀ ਚੱਲਦਾ ਰਿਹਾ ਤਾਂ ਗੁਰਬੀਰ ਦੀ ਸਾਰੀ ਕਮਾਈ ਤੇਰੀਆਂ ਨਨਾਣਾ ਦੇ ਘਰੇ ਚਲੀ ਜਾਣੀ ਹੈ ਤੇ ਇੱਕ ਦਿਨ ਤੁਸੀਂ ਕੰਗਾਲ ਹੋ ਜਾਵੋਗੇ। ਦਲਜੀਤ ਕਹਿੰਦੀ, ਤਾਂ ਫਿਰ ਮੈਂ ਕੀ ਕਰਾਂ? ਤੂੰ ਗੁਰਬੀਰ ਨੂੰ ਸਮਝਾ ਤੇ ਉਸ ਘਰ ਦੀ ਸਾਰੀ ਕਬੀਲਦਾਰੀ ਤੂੰ ਆਪਣੇ ਹੱਥ ਵਿੱਚ ਲੈ ਲੈ। ਪੈਸਾ ਤਾਂ ਮੀਂਹ ਦੇ ਪਾਣੀ ਵਰਗਾ ਹੁੰਦਾ ਹੈ, ਪਾਣੀ ਦੇ ਵਾਂਗੂ ਵਹਿ ਜਾਂਦਾ ਹੈ। ਤੁਸੀਂ ਚੰਗਾ ਕਰੋ ਤਾਂ ਇੱਥੋਂ ਬਦਲੀ ਕਰਵਾ ਕੇ ਕਿਤੇ ਹੋਰ ਸ਼ਿਫਟ ਹੋ ਜਾਵੋ। ਦਲਜੀਤ ਕਹਿੰਦੀ ਕਿ ਮੰਮੀ, ਗੁਰਬੀਰ ਨਹੀਂ ਮੰਨੇਗਾ। ਤਾਂ ਉਸਨੇ ਕਿਹਾ, ਬੰਦੇ ਨੂੰ ਮਨਾਉਣ ਦਾ ਕੀ ਹੈ? ਉਹਦੇ ਨਾਲ 2-4 ਦਿਨ ਗੱਲ ਨਾ ਕਰੋ ਸਿੱਧੇ ਮੂੰਹ ਤਾਂ ਉਹ ਆਪਣੇ ਆਪ ਹੀ ਮੰਨ ਜਾਂਦਾ ਹੈ। ਠੀਕ ਹੈ, ਮੈਂ ਸੋਚਦੀ ਹਾਂ। ਇਹ ਕਹਿ ਕੇ ਦਲਜੀਤ ਅਗਲੇ ਦਿਨ ਆਪਣੇ ਸਹੁਰੇ ਆ ਗਈ। ਆ ਕੇ ਉਸਨੇ 2-3 ਦਿਨ ਗੁਰਬੀਰ ਨੂੰ ਚੱਜ ਨਾਲ ਬੁਲਾਇਆ ਨਾ। ਤਾਂ ਗੁਰਬੀਰ ਨੇ ਸੋਚਿਆ, ਪਤਾ ਨਹੀਂ ਕੀ ਗੱਲ ਹੈ, ਦਲਜੀਤ ਮੈਨੂੰ ਚੰਗੀ ਤਰ੍ਹਾਂ ਬੁਲਾਉਂਦੀ ਨਹੀਂ। ਉਸਨੇ ਬਹੁਤ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਫਿਰ ਦਲਜੀਤ ਕਹਿੰਦੀ, ਆਪਾਂ ਇੱਥੋਂ ਬਦਲੀ ਕਰਵਾ ਕੇ ਪਟਿਆਲੇ ਚਲੇ ਜਾਈਏ। ਗੁਰਬੀਰ ਕਹਿੰਦਾ, ਇਹ ਕਿਵੇਂ ਹੋ ਸਕਦਾ ਹੈ? ਮੰਮੀ ਇੱਥੇ ਇਕੱਲੀ ਕਿਵੇਂ ਰਵੇਗੀ? ਦਲਜੀਤ ਕਹਿੰਦੀ, ਮੰਮੀ ਇਕੱਲੀ ਕਿੱਥੇ ਹੈ? ਦੀਦੀ ਹੋਰੀ ਕੋਈ ਨਾ ਕੋਈ ਇੱਥੇ ਹੀ ਤਾਂ ਆ ਕੇ ਰਹਿੰਦੀਆਂ ਨੇ ਤੇ ਵੈਸੇ ਵੀ ਹਰ ਮਹੀਨੇ ਤੁਸੀਂ ਪੈਸੇ ਭੇਜਦੇ ਰਿਹਾ ਕਰੋ। ਦਲਜੀਤ ਕਹਿੰਦੀ, ਜੇ ਆਪਾਂ ਇੱਥੋਂ ਬਦਲੀ ਕਰਵਾ ਲੈਂਦੇ ਹਾਂ ਤਾਂ ਪਟਿਆਲੇ ਮੇਰੇ ਪੇਕੇ ਵੀ ਨੇੜੇ ਆ, ਮੈਨੂੰ ਜਾਣ ਆਉਣ ਵਿੱਚ ਵੀ ਮੁਸ਼ਕਲ ਨਾ ਹੋਵੇਗੀ। 1-2 ਵਾਰ ਤਾਂ ਗੁਰਬੀਰ ਨੇ ਮਨਾ ਕੀਤਾ ਪਰ ਫਿਰ ਉਹ ਮੰਨ ਗਿਆ। ਅਗਲੇ ਦਿਨ ਹੀ ਉਸਨੇ ਆਪਣੀ ਬਦਲੀ ਲਈ ਲਿਖ ਕੇ ਦੇ ਦਿੱਤਾ। ਉੱਥੇ ਬਦਲੀ ਇੰਨੀ ਜਲਦੀ ਨਹੀਂ ਹੁੰਦੀ ਸੀ। ਸਾਰੇ ਕਮਾਉਂਦੇ ਕਰਕੇ ਬਦਲੀ ਵਿੱਚ ਬਹੁਤ ਪੈਸਾ ਚੱਲਦਾ ਸੀ। ਫਿਰ ਉਸਨੇ ਥੋੜ੍ਹੀ ਬਹੁਤ ਰਿਸ਼ਵਤ ਦਿੱਤੀ ਤਾਂ ਜਾ ਕੇ ਉਸ ਦੀ ਬਦਲੀ ਹੋਈ। ਜਿਸ ਦਿਨ ਬਦਲੀ ਦਾ ਆਰਡਰ ਆਇਆ, ਉਸ ਨੂੰ ਮਿਲਿਆ, ਉਸ ਦਿਨ ਦਲਜੀਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਪਰ ਗੁਰਬੀਰ ਦੀ ਮਾਂ ਦੁਖੀ ਹੋ ਗਈ। ਪੁੱਤ, ਬੁਢਾਪੇ ਵਿੱਚ ਇਹੀ ਦੇਖਣ ਨੂੰ ਬਚਿਆ ਸੀ? ਗੁਰਬੀਰ ਨੇ ਕਿਹਾ, ਮੰਮੀ, ਨੌਕਰੀ ਦਾ ਮਸਲਾ ਹੈ, ਜਾਣਾ ਹੀ ਪਏਗਾ। ਪਰ ਤੁਸੀਂ ਚਿੰਤਾ ਨਾ ਕਰੋ, ਮੈਂ ਹਰ ਐਤਵਾਰ ਆਉਂਦਾ ਰਿਹਾ ਕਰਾਂਗਾ ਤੇ ਵੈਸੇ ਵੀ ਦੀਦੀ ਹੋਰੀ ਆਉਂਦੀਆਂ ਹੀ ਰਹਿੰਦੀਆਂ ਨੇ। ਤੂੰ ਇਕੱਲੀ ਨਹੀਂ ਰਹੇਂਗੀ, ਮੈਂ ਵੀ ਉਹਨਾਂ ਨੂੰ ਕਹਿ ਦਿਆਂਗਾ ਕਿ ਤੁਹਾਡਾ ਖਿਆਲ ਰੱਖਣ। ਗੁਰਬੀਰ ਬਦਲੀ ਕਰਕੇ ਪਟਿਆਲੇ ਸ਼ਿਫਟ ਹੋ ਗਿਆ। 2-3 ਦਿਨ ਗੈਸਟ ਹਾਊਸ ਵਿੱਚ ਰਿਹਾ। 1 ਮਹੀਨੇ ਬਾਅਦ ਉਸ ਨੂੰ ਸਿਵਲ ਲਾਈਨ ਦੇ ਏਰੀਏ ਵਿੱਚ ਫਲੈਟ ਮਿਲ ਗਿਆ। ਉਹ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋ ਗਿਆ। ਨਵੇਂ ਘਰ ਨੂੰ ਸਵਾਰਨ ਵਿੱਚ ਦਲਜੀਤ ਦੀ ਮੰਮੀ ਦਾ ਬਹੁਤ ਵੱਡਾ ਹੱਥ ਸੀ। ਨਵਾਂ ਫਰਨੀਚਰ, ਨਵਾਂ ਸਾਰਾ ਸਮਾਨ ਖਰੀਦ ਕੇ ਲਿਆਂਦਾ ਗਿਆ। ਸਾਰੇ ਕੰਮਾਂ ਵਿੱਚ ਦਲਜੀਤ ਦੇ ਭਰਾਵਾਂ ਨੇ ਬਹੁਤ ਭੱਜ ਦੌੜ ਕੀਤੀ। ਗੁਰਬੀਰ ਇਕੱਲੇ ਪੈਸੇ ਹੀ ਖਰਚਦਾ ਸੀ। ਸਾਰਾ ਕੰਮ ਉਸ ਦੇ ਸਾਲਿਆਂ ਤੇ ਸੱਸ ਨੇ ਸੰਭਾਲ ਲਿਆ। ਘਰ ਸੈੱਟ ਹੋ ਗਿਆ ਤਾਂ ਦਲਜੀਤ ਨੂੰ ਲੱਗਿਆ ਜਿਵੇਂ ਉਹ ਇਸ ਘਰ ਦੀ ਰਾਣੀ ਹੈ। ਇੱਥੇ ਉਸ ਦੇ ਜ਼ਿੰਦਗੀ ਵਿੱਚ ਦਖਲ ਦੇਣ ਵਾਲਾ ਕੋਈ ਨਹੀਂ। ਉਹ ਜਿਵੇਂ ਚਾਹੇ ਰਹਿ ਸਕਦੀ ਹੈ, ਆਪਣੇ ਘਰ ਵਾਲੇ ਦੇ ਨਾਲ, ਆਪਣੀਆਂ ਖੁਸ਼ੀਆਂ ਦੇ ਨਾਲ। ਉਸ ਦੀਆਂ ਖੁਸ਼ੀਆਂ ਨੂੰ ਜਿਵੇਂ ਖੰਭ ਲੱਗ ਗਏ। ਪਟਿਆਲੇ ਆ ਕੇ ਗੁਰਬੀਰ ਦੀ ਜ਼ਿੰਦਗੀ ਵਿੱਚ ਕੁਝ ਟਾਈਮ ਸ਼ਾਂਤੀ ਰਹੀ। ਜਦੋਂ ਨਵਾਂ ਪ੍ਰੋਜੈਕਟ ਸ਼ੁਰੂ ਹੋਇਆ ਤਾਂ ਫਿਰ ਪੈਸਿਆਂ ਦੀ ਬਾਰਿਸ਼ ਹੋਣ ਲੱਗ ਗਈ। ਪਹਿਲੀ ਵਾਰ ਜਦੋਂ ਪੈਸਿਆਂ ਦੀ ਬਹੁਤ ਵੱਡੀ ਗੁੱਟੀ ਲਿਆ ਕੇ ਦਲਜੀਤ ਦੇ ਹੱਥ 'ਤੇ ਗੁਰਬੀਰ ਨੇ ਰੱਖੀ ਤਾਂ ਦਲਜੀਤ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਉਸ ਦੇ ਹੱਥ ਕੰਬਣ ਲੱਗੇ ਕਿਉਂਕਿ ਉਸਨੇ ਅੱਜ ਤੋਂ ਪਹਿਲਾਂ ਕਦੀ ਵੀ ਇੰਨਾ ਪੈਸਾ ਨਹੀਂ ਦੇਖਿਆ ਸੀ। ਬੋਲਣਾ ਚਾਹੁੰਦੀ ਸੀ ਪਰ ਫਿਰ ਵੀ ਬੋਲ ਨਾ ਸਕੀ। ਗੁਰਬੀਰ ਨੇ ਕਿਹਾ ਕਿ ਇਹ ਅਲਮਾਰੀ ਵਿੱਚ ਰੱਖ ਦੇ। ਦਲਜੀਤ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਇਹਨਾਂ ਪੈਸਿਆਂ ਦਾ ਕੀ ਕਰੇ। ਪਹਿਲੀ ਵਾਰ ਉਸ ਦੇ ਹੱਥ ਵਿੱਚ ਇੰਨੇ ਪੈਸੇ ਆਏ ਸੀ। ਫਿਰ ਉਸਨੇ ਪੈਸੇ ਅਲਮਾਰੀ ਦੇ ਲੋਕਰ ਵਿੱਚ ਰੱਖ ਦਿੱਤੇ। ਉਸ ਦਾ ਮਨ ਕਰ ਰਿਹਾ ਸੀ ਕਿ ਉਹ ਇਹਨਾਂ ਪੈਸਿਆਂ ਨੂੰ ਗਿਣ ਕੇ ਵੇਖੇ। ਉਹ ਸਾਰੇ 5-500 ਦੇ ਤੇ 2-2 ਹਜ਼ਾਰ ਦੇ ਨੋਟ ਸੀ। ਉਹ ਸੋਚ ਰਹੀ ਸੀ 50,000 ਤੋਂ ਤਾਂ ਘੱਟ ਨਹੀਂ ਹੋਣੇ, ਜ਼ਿਆਦਾ ਵੀ ਹੋ ਸਕਦੇ ਨੇ। ਉਸ ਰਾਤ ਉਸ ਨੂੰ ਨੀਂਦ ਨਾ ਆਈ। ਜਦੋਂ ਗੁਰਬੀਰ ਸੌਂ ਗਿਆ ਤਾਂ ਹੌਲੀ ਜਿਹੀ ਉੱਠੀ ਤੇ ਅਲਮਾਰੀ ਖੋਲ੍ਹ ਕੇ ਪੈਸੇ ਗਿਣ ਲੱਗ ਗਈ। ਉਸ ਨੇ ਪੈਸੇ ਕਈ ਵਾਰ ਗਿਣੇ ਤੇ ਉਹ 70,000 ਸੀ।
ਉਹ ਵਾਰ-ਵਾਰ ਪੈਸੇ ਵੇਖ ਰਹੀ ਸੀ। ਅੱਜ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਦੇਸ਼ ਦੀ ਮਹਾਰਾਣੀ ਬਣ ਗਈ ਹੋਵੇ। ਉਸ ਨੂੰ ਦੁਨੀਆ ਬਹੁਤ ਛੋਟੀ ਲੱਗਣ ਲੱਗ ਗਈ ਸੀ। ਹੁਣ ਰੋਜ਼ ਪੈਸੇ ਇਸ ਤਰ੍ਹਾਂ ਹੀ ਆ ਰਹੇ ਸੀ ਤੇ ਅਲਮਾਰੀ ਦਾ ਲੋਕਰ ਭਰ ਗਿਆ। ਫਿਰ ਉਹ ਇੱਕ ਸੂਟਕੇਸ ਵਿੱਚ ਰੱਖਣ ਲੱਗ ਗਈ। ਕਦੇ-ਕਦੇ ਉਹ ਸੋਚਦੀ ਕਿ ਉਹ ਇਹਨਾਂ ਪੈਸਿਆਂ ਦਾ ਕੀ ਕਰੇਗੀ। ਘਰ ਵਿੱਚ ਇੰਨੇ ਪੈਸੇ ਰੱਖਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ। ਕਿਤੇ ਚੋਰੀ ਡਾਕਾ ਪੈ ਗਿਆ ਤਾਂ ਫਿਰ ਉਸਨੇ ਗੁਰਬੀਰ ਨੂੰ ਪੁੱਛਿਆ ਕਿ ਇੰਨਾ ਪੈਸਾ ਘਰੇ ਪਿਆ ਹੈ, ਕੀ ਕਰਾਂਗੇ? ਗੁਰਬੀਰ ਨੇ ਲਾਪਰਵਾਹੀ ਨਾਲ ਕਹਿ ਦਿੱਤਾ, ਤੂੰ ਆਪਣੇ ਗਹਿਣੇ ਤੇ ਕੱਪੜਿਆਂ ਉੱਤੇ ਖਰਚ ਕਰ। ਜੇ ਜ਼ਿਆਦਾ ਹੋਣਗੇ ਤਾਂ ਕਿਤੇ ਇਨਵੈਸਟ ਕਰਨ ਬਾਰੇ ਸੋਚਾਂਗੇ। ਦੂਸਰੇ ਦਿਨ ਦਲਜੀਤ ਆਪਣੇ ਪੇਕੇ ਗਈ। ਆਪਣੀ ਮੰਮੀ ਨੂੰ ਕਹਿੰਦੀ ਕਿ ਮੈਂ ਹੁਣ ਗਹਿਣੇ ਖਰੀਦਣੇ ਹਨ, ਮੈਨੂੰ ਸੁਨਿਆਰੇ ਕੋਲ ਲੈ ਕੇ ਜਾਏਂਗੀ? ਕਿਉਂ ਨਹੀਂ ਧੀਏ? ਉਸਦੀ ਮੰਮੀ ਉਸੇ ਵੇਲੇ ਤਿਆਰ ਹੋ ਗਈ। ਫਿਰ ਦੋਨੇ ਬਾਜ਼ਾਰ ਗਈਆਂ ਤੇ ਉਸਨੇ ਹਜ਼ਾਰਾਂ ਰੁਪਈਆਂ ਦੇ ਗਹਿਣੇ ਖਰੀਦੇ, ਪਰ ਉਸਦੇ ਬਾਅਦ ਵੀ ਉਸ ਕੋਲ ਪੈਸੇ ਬਚ ਗਏ। ਉਸਦੀ ਮੰਮੀ ਨੇ ਪੁੱਛਿਆ, ਗੁਰਬੀਰ ਬਹੁਤ ਕਮਾ ਰਿਹਾ ਹੈ? ਹਾਂ, ਦਲਜੀਤ ਨੇ ਖੁਸ਼ ਹੋ ਕੇ ਜਵਾਬ ਦਿੱਤਾ। ਅੱਛਾ, ਤਾਂ ਫਿਰ ਧੀਏ ਸਾਡਾ ਵੀ ਖਿਆਲ ਰੱਖੀ। ਤੈਨੂੰ ਤਾਂ ਪਤਾ ਹੈ ਕਿ ਤੇਰੇ ਪਾਪਾ ਦਾ ਸਾਰਾ ਪੈਸਾ ਤੇਰੇ ਵਿਆਹ 'ਤੇ ਖਰਚ ਹੋ ਗਿਆ। ਹੁਣ ਸਾਡੇ ਹੱਥ ਖਾਲੀ ਹੋ ਗਏ ਨੇ। ਦੋਵੇਂ ਮੁੰਡੇ ਵੀ ਬੇਰੁਜ਼ਗਾਰ ਨੇ। ਘਰ ਦਾ ਖਰਚਾ ਮੁਸ਼ਕਲ ਨਾਲ ਚੱਲਦਾ ਹੈ। ਪੈਨਸ਼ਨ ਨਾਲ ਕੀ ਬਣਦਾ ਹੈ? ਤੈਨੂੰ ਤਾਂ ਆਪਣੇ ਘਰ ਦੇ ਹਾਲਾਤਾਂ ਬਾਰੇ ਪਤਾ ਹੀ ਹੈ। ਦੱਸਣ ਦੀ ਕੋਈ ਜ਼ਰੂਰਤ ਨਹੀਂ, ਤੂੰ ਸਮਝਦਾਰ ਹੈ। ਪੈਸੇ ਨੂੰ ਜਮ੍ਹਾਂ ਕਰਕੇ ਰੱਖੀਏ ਤਾਂ ਉਹ ਸ਼ੈਤਾਨ ਦਾ ਘਰ ਬਣ ਜਾਂਦਾ ਹੈ। ਜੇ ਪੁੰਨ ਕਰੀਏ ਤਾਂ ਬਰਕਤ ਪੈਂਦੀ ਹੈ। ਦਲਜੀਤ ਧਿਆਨ ਨਾਲ ਆਪਣੀ ਮਾਂ ਦੀਆਂ ਗੱਲਾਂ ਸੁਣ ਰਹੀ ਸੀ ਤੇ ਉਹ ਸੋਚ ਰਹੀ ਸੀ, ਠੀਕ ਹੀ ਤਾਂ ਮੰਮੀ ਕਹਿ ਰਹੀ ਹੈ। ਪਾਪਾ ਦੀ ਕਮਾਈ ਨਾਲ ਕੀ ਬਣਦਾ ਹੈ? ਉਸ ਨੂੰ ਅਜੇ ਜ਼ਿੰਦਗੀ ਦਾ ਇੰਨਾ ਅਨੁਭਵ ਨਹੀਂ ਸੀ, ਪਰ ਮੰਮੀ ਕਹਿ ਰਹੀ ਹੈ ਤਾਂ ਸੱਚ ਹੀ ਕਹਿ ਰਹੀ ਹੋਵੇਗੀ। ਉਸ ਨੇ ਸੋਚਿਆ ਤੇ ਦਲਜੀਤ ਨੇ ਆਪਣੀ ਮੰਮੀ ਨੂੰ ਕਿਹਾ, ਮੰਮੀ, ਜੇ ਤੁਹਾਨੂੰ ਕੁਝ ਚਾਹੀਦਾ ਹੈ ਤਾਂ ਦੱਸੋ। ਦਲਜੀਤ ਦੀ ਮੰਮੀ ਛੋਟੇ ਬੱਚਿਆਂ ਦੀ ਤਰ੍ਹਾਂ ਲਾਲਚ ਵਿੱਚ ਆ ਗਈ। ਕਹਿੰਦੀ, ਜੇ ਤੇਰਾ ਮਨ ਹੈ ਤਾਂ ਇੱਕ ਮੁੰਦਰੀ ਦਵਾ ਦੇ। ਠੀਕ ਹੈ ਮੰਮੀ। ਦਲਜੀਤ ਨੇ ਉਸੇ ਵੇਲੇ ਆਪਣੀ ਮਾਂ ਲਈ ਇੱਕ ਮੁੰਦਰੀ ਖਰੀਦ ਲਈ। ਫਿਰ ਤਾਂ ਇਹ ਰੋਜ਼ ਦਾ ਹੀ ਕੰਮ ਹੋ ਗਿਆ ਸੀ। ਦਲਜੀਤ ਹਰ ਮਹੀਨੇ ਕੋਈ ਨਾ ਕੋਈ ਗਹਿਣਾ ਲੈਂਦੀ ਤੇ ਨਾਲ ਹੀ ਆਪਣੀ ਮੰਮੀ ਲਈ ਵੀ ਕੋਈ ਛੋਟਾ-ਮੋਟਾ ਲੈ ਲੈਂਦੀ। ਦਲਜੀਤ ਨੇ ਆਪਣੇ ਪਾਪਾ ਲਈ ਇੱਕ ਚੈਨ ਤੇ ਇੱਕ ਮੁੰਦਰੀ ਬਣਵਾ ਦਿੱਤੀ ਸੀ। ਜਦੋਂ ਭਰਾਵਾਂ ਨੂੰ ਦਲਜੀਤ ਦੇ ਇਸ ਦਰਿਆ ਦਿਲ ਦਾ ਪਤਾ ਲੱਗਿਆ ਤਾਂ ਉਹ ਵੀ ਉਸਦੇ ਅੱਗੇ ਪਿੱਛੇ ਘੁੰਮਣ ਲੱਗੇ। ਛੋਟੀਆਂ-ਛੋਟੀਆਂ ਮੰਗਾਂ ਤੋਂ ਅੱਗੇ ਵਧਦੇ ਗਏ। ਫਿਰ ਉਹਨਾਂ ਦੀ ਮੰਗ ਵੀ ਮੋਟਰਸਾਈਕਲ ਤੇ ਆ ਕੇ ਰੁਕੀ। ਪੈਸਾ ਵਾਧੂ ਹੋਣ ਕਰਕੇ ਦਲਜੀਤ ਤੇ ਗੁਰਬੀਰ ਨੇ ਉਹਨਾਂ ਦੀ ਮੰਗ ਪੂਰੀ ਕਰ ਦਿੱਤੀ। ਕੁਝ ਦਿਨ ਲੰਘੇ ਤਾਂ ਪੈਸਾ ਜਮ੍ਹਾਂ ਹੁੰਦੇ ਲੱਖਾਂ ਤੋਂ ਉੱਪਰ ਲੰਘ ਗਿਆ। ਦਲਜੀਤ ਕੋਲ ਵੀ ਹੁਣ ਗਹਿਣੇ ਤੇ ਕੱਪੜੇ ਬਹੁਤ ਜ਼ਿਆਦਾ ਹੋ ਗਏ ਸੀ ਕਿ ਉਸ ਦਾ ਵੀ ਮਨ ਭਰ ਗਿਆ। ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਗੁਰਬੀਰ ਨੂੰ ਆਫਿਸ ਵੱਲੋਂ ਇੱਕ ਜੀਪ ਮਿਲੀ ਹੋਈ ਸੀ, ਪਰ ਦਲਜੀਤ ਕਹਿੰਦੀ, ਘਰ ਵਿੱਚ ਜੇ ਕੋਈ ਆਪਣੀ ਗੱਡੀ ਹੋਵੇ ਤਾਂ ਉਸ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ। ਗੁਰਬੀਰ ਚਾਹੁੰਦਾ ਤਾਂ ਭਾਵੇਂ ਹਰ ਰੋਜ਼ ਨਵੀਂ ਗੱਡੀ ਲੈ ਸਕਦਾ ਸੀ। ਦਲਜੀਤ ਕਹਿੰਦੀ ਕਿ ਆਪਾਂ ਗੱਡੀ ਲਈਏ। ਗੁਰਬੀਰ ਨੇ ਕਿਹਾ ਕਿ ਗੱਡੀ ਤਾਂ ਬਹੁਤ ਪੈਸਿਆਂ ਦੀ ਆਏਗੀ ਤੇ ਆਪਾਂ ਇੰਨੀ ਇਨਕਮ ਕਿਵੇਂ ਦਿਖਾਵਾਂਗੇ। ਦਲਜੀਤ ਨੇ ਕਿਹਾ ਕਿ ਇੰਨੇ ਪੈਸੇ ਤਾਂ ਘਰੇ ਹੀ ਰੱਖੇ ਨੇ ਕਿ ਆਪਾਂ ਗੱਡੀ ਖਰੀਦ ਸਕਦੇ ਹਾਂ। ਗੁਰਬੀਰ ਕਹਿੰਦਾ, ਕਮਲੀਏ, ਇਹ ਕੋਈ ਤਨਖਾਹ ਦਾ ਪੈਸਾ ਨਹੀਂ ਹੈ। ਗੁਰਬੀਰ ਨੇ ਕਿਹਾ, ਗੱਡੀ ਲੈਂਦੇ ਸਾਰ ਹੀ ਇਨਕਮ ਟੈਕਸ ਵਾਲੇ ਸੁੰਘਦੇ ਹੋਏ ਘਰੇ ਆ ਪਹੁੰਚਣਗੇ। ਮੈਂ ਕੱਲ੍ਹ ਨੂੰ ਆਫਿਸ ਵਿੱਚ ਪਤਾ ਕਰਾਂਗਾ ਕਿ ਗੱਡੀ ਕਿਹੜੇ ਤਰੀਕੇ ਨਾਲ ਖਰੀਦਾਂ ਤਾਂ ਕਿ ਬਾਅਦ ਵਿੱਚ ਕੋਈ ਮੁਸ਼ਕਲ ਨਾ ਆਵੇ। ਦੂਸਰੇ ਦਿਨ ਉਸਨੇ ਆਪਣੇ ਕਿਸੇ ਅਫੀਸਰ ਨੂੰ ਪੁੱਛਿਆ ਕਿ ਮੈਂ ਗੱਡੀ ਖਰੀਦਣਾ ਚਾਹੁੰਦਾ ਹਾਂ। ਉਸਨੇ ਕਿਹਾ, ਪੈਸੇ ਹੈਗੇ ਆ ਤੁਹਾਡੇ ਕੋਲ? ਹਾਂ। ਉਸਨੇ ਕਿਹਾ ਕਿ ਪੈਸਿਆਂ ਨੂੰ ਇੱਕ ਨੰਬਰ ਵਿੱਚ ਕਰ ਲਿਆ? ਕਿਵੇਂ ਕਰਾਂ, ਹਜੇ ਤੱਕ ਮੈਨੂੰ ਸਮਝ ਨਹੀਂ ਆਇਆ। ਉਸਨੇ ਕਿਹਾ, ਤੂੰ ਸਾਰਾ ਪੈਸਾ ਇਸ ਤਰ੍ਹਾਂ ਹੀ ਘਰੇ ਰੱਖਿਆ ਹੋਇਆ ਹੈ? ਗੁਰਬੀਰ ਨੇ ਮੂਰਖਾਂ ਦੀ ਤਰ੍ਹਾਂ ਸਿਰ ਹਿਲਾ ਕੇ ਕਿਹਾ, ਹਾਂ। ਉਸਨੇ ਇਹ ਨਹੀਂ ਦੱਸਿਆ ਕਿ ਉਸ ਦਾ ਬਹੁਤ ਸਾਰਾ ਪੈਸਾ ਉਸਦੇ ਸਾਲਿਆਂ, ਸੱਸ, ਭੈਣਾਂ ਨੇ ਹੜੱਪ ਕਰ ਲਿਆ ਹੈ। ਮੂਰਖ ਨਾ ਹੋਵੇ ਤਾਂ ਮਰੇਗਾ ਇੱਕ ਦਿਨ। ਅੱਜ ਕੱਲ੍ਹ ਐਂਟੀ ਕਰਪਸ਼ਨ ਵਿਜੀਲੈਂਸ ਵਾਲੇ ਬਹੁਤ ਸਖਤ ਹਨ। ਕਿਸੇ ਨੇ ਸ਼ਿਕਾਇਤ ਕਰ ਦਿੱਤੀ ਤਾਂ ਖੈਰ, ਮੈਂ ਇੱਕ ਸੀਏ ਦਾ ਨੰਬਰ ਦਿੰਦਾ ਹਾਂ, ਉਸ ਨਾਲ ਗੱਲ ਕਰਕੇ ਉਸਦੇ ਆਫਿਸ ਚਲੇ ਜਾਈਂ।
ਧਿਆਨ ਰੱਖੀ, ਫੋਨ 'ਤੇ ਕੋਈ ਗੱਲ ਨਾ ਕਰੀ। ਉਸ ਦੇ ਆਫਿਸ ਵਿੱਚ ਜਾ ਕੇ ਹੀ ਗੱਲ ਕਰਨੀ। ਅਗਲੇ ਦਿਨ ਹੀ ਉਹ ਸੀਏ ਦਫ਼ਤਰ ਪਹੁੰਚ ਗਿਆ। ਆਪਣੀ ਸਮੱਸਿਆ ਦੱਸੀ। ਸੀਏ ਹੱਸ ਕੇ ਕਹਿੰਦਾ, ਕੋਈ ਗੱਲ ਨਹੀਂ, ਕੰਮ ਹੋ ਜਾਵੇਗਾ। ਉਸ ਨੇ ਆਪਣੀ ਫੀਸ ਦੱਸੀ। ਗੁਰਬੀਰ ਨੇ ਹਾਂ ਕਹਿ ਦਿੱਤੀ ਤੇ ਘਰ ਆ ਗਿਆ। ਇੱਕ ਹਫ਼ਤੇ ਦੇ ਅੰਦਰ ਹੀ ਦਲਜੀਤ ਦੇ ਨਾਮ 'ਤੇ ਇੱਕ ਬੁਟੀਕ ਖੋਲ੍ਹ ਦਿੱਤਾ। ਇਹ ਬੁਟੀਕ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਸੀ। ਉਸ ਦੀ ਇਨਕਮ ਸਿਰਫ ਇੰਨੀ ਹੀ ਸੀ ਕਿ ਉਸ 'ਤੇ ਕੋਈ ਵੀ ਇਨਕਮ ਟੈਕਸ ਨਹੀਂ ਸੀ ਬਣਦਾ। ਤੀਸਰੇ ਸਾਲ ਇਨਕਮ ਕਾਫੀ ਵੱਧ ਹੋਈ, ਜਿਸ 'ਤੇ ਤਕਰੀਬਨ 1 ਲੱਖ ਰੁਪਏ ਇਨਕਮ ਟੈਕਸ ਦੇਣਾ ਸੀ। ਦਲਜੀਤ ਨੇ ਫਰਜ਼ੀ ਬਿੱਲਾਂ 'ਤੇ ਦਸਤਖਤ ਕਰ ਦਿੱਤੇ। ਸੀਏ ਨੇ ਦੱਸਿਆ ਕਿ 1 ਮਹੀਨੇ ਦੇ ਵਿੱਚ ਦਲਜੀਤ ਦਾ ਪਿਨ ਕਾਰਡ ਬਣ ਜਾਏਗਾ। ਐਡਵਾਂਸ ਟੈਕਸ ਦੀ ਬਜਾਏ ਜ਼ਿਆਦਾ ਟੈਕਸ ਭਰ ਦਿਆਂਗੇ। ਰਿਟਰਨ ਭਰਨ ਦੀ ਤਰੀਕ ਅਜੇ ਕਈ ਮਹੀਨਿਆਂ ਦੀ ਸੀ। ਪਿਛਲੇ 2 ਸਾਲਾਂ ਦੇ ਰਿਟਰਨ ਸੀਏ ਨੇ ਕੁਝ ਜੁਰਮਾਨਾ ਭਰ ਕੇ ਦਾਖਲਾ ਕਰਵਾ ਦਿੱਤਾ। ਇਸ ਤਰ੍ਹਾਂ ਗੁਰਬੀਰ ਨੇ ਕਈ ਲੱਖਾਂ ਰੁਪਏ ਇੱਕ ਨੰਬਰ ਵਿੱਚ ਕਰ ਲਏ। ਹੁਣ ਉਸ ਨੇ ਕਾਰ ਖਰੀਦ ਲਈ ਸੀ। 1 ਸਾਲ ਬਾਅਦ ਦਲਜੀਤ ਦੇ ਇੱਕ ਕੁੜੀ ਦੀ ਮਾਂ ਬਣੀ। ਫਿਰ ਉਹਨਾਂ ਨੇ ਇੱਕ ਹੋਟਲ ਵਿੱਚ ਧੂਮ-ਧਾਮ ਨਾਲ ਜਸ਼ਨ ਮਨਾਇਆ। ਦਲਜੀਤ ਤੇ ਗੁਰਬੀਰ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਫੁੱਲ ਖਿੜ ਗਏ। ਦੁੱਖ ਦਾ ਕਿਤੇ ਵੀ ਕੋਈ ਪਛਤਾਵਾ ਨਹੀਂ ਸੀ। ਕੁੜੀ ਦੀ ਦੇਖਭਾਲ ਲਈ ਦਲਜੀਤ ਦੀ ਮਾਂ ਰੋਜ਼ ਉਸ ਦੇ ਘਰ ਆਉਣ ਲੱਗ ਗਈ। ਉਹ ਦਲਜੀਤ ਦੀ ਕੁੜੀ ਨੂੰ ਤੇਲ ਦੀ ਮਾਲਿਸ਼ ਕਰਦੀ, ਨਵਾਉਂਦੀ ਤੇ ਫਿਰ ਦਲਜੀਤ ਨੂੰ ਉਸ ਦੇ ਪਾਲਣ ਪੋਸ਼ਣ ਦੇ ਤਰੀਕੇ ਦੱਸਦੀ। ਫਿਰ ਦਲਜੀਤ ਦੇ ਛੋਟੇ ਭਰਾ ਦੀ ਨੌਕਰੀ ਲਈ ਕਿਤੇ ਗੱਲ ਚੱਲੀ। 3 ਲੱਖ ਰੁਪਏ ਦੀ ਮੰਗ ਸੀ। ਉਸ ਦੀ ਮੰਮੀ ਨੇ ਦਲਜੀਤ ਨੂੰ ਕਿਹਾ, ਦਲਜੀਤ, ਤੇਰੇ ਭਰਾ ਦੀ ਜ਼ਿੰਦਗੀ ਦਾ ਸਵਾਲ ਹੈ। ਵੱਡਾ ਤਾਂ ਇਸ ਤਰ੍ਹਾਂ ਲੱਗਦਾ ਹੈ ਬੇਰੁਜ਼ਗਾਰ ਹੀ ਰਹੇਗਾ। ਉਸ ਨੂੰ ਤਾਂ ਕੋਈ ਪ੍ਰਾਈਵੇਟ ਕੰਮ ਹੀ ਚਲਾ ਦੇਵਾਂਗੇ ਤੇ ਛੋਟਾ ਹੀ ਕਿਤੇ ਲੱਗ ਜਾਏ ਤਾਂ ਚੰਗਾ ਹੈ। ਫਿਰ ਉਸਨੇ ਗੱਲ ਨੂੰ ਦਲਜੀਤ 'ਤੇ ਸਮਝਣ ਲਈ ਛੱਡ ਦਿੱਤਾ। ਦਲਜੀਤ ਹੁਣ ਨਾ ਸਮਝ ਨਹੀਂ ਸੀ। ਪੈਸਿਆਂ ਦੀ ਖੇਡ ਹੈ, ਉਹ ਚੰਗੀ ਤਰ੍ਹਾਂ ਸਮਝ ਗਈ ਸੀ। ਸੀਏ ਗੁਰਬੀਰ ਦੇ ਪੈਸੇ 1 ਨੰਬਰ ਵਿੱਚ ਕਰ ਰਿਹਾ ਸੀ। ਇਸ ਤੋਂ ਇਲਾਵਾ ਵੀ ਬਹੁਤ ਪੈਸਾ ਘਰ ਵਿੱਚ ਪਿਆ ਸੀ। ਦਲਜੀਤ ਨੇ ਕਿਹਾ ਕਿ ਮੈਂ ਗੁਰਬੀਰ ਨੂੰ ਪੁੱਛ ਕੇ ਦੱਸਾਂਗੀ। ਦਲਜੀਤ ਦੀ ਮੰਮੀ ਕਹਿੰਦੀ ਕਿ ਜੇ ਤੂੰ ਕਹੇਂਗੀ ਤਾਂ ਗੁਰਬੀਰ ਨਾ ਥੋੜ੍ਹੀ ਕਹੇਗਾ। ਫਿਰ ਵੀ ਉਸ ਨੂੰ ਪੁੱਛਣਾ ਜ਼ਰੂਰੀ ਹੈ। 3 ਲੱਖ ਰੁਪਏ ਦੀ ਗੱਲ ਹੈ। ਅੱਜ ਕੱਲ੍ਹ ਗੁਰਬੀਰ ਉਸ ਨੂੰ ਬਚਤ ਦੀ ਹਦਾਇਤ ਦੇਣ ਲੱਗਿਆ ਸੀ। ਪਟਿਆਲੇ ਇੱਕ ਪਲਾਟ ਤੇ ਇੱਕ ਘਰ ਖਰੀਦਣ ਦੀ ਗੱਲ ਚੱਲ ਰਹੀ ਸੀ। ਉਸ ਨੇ ਫਾਰਮ ਭਰ ਦਿੱਤਾ। ਬੁਕਿੰਗ ਅਮਾਊਂਟ ਵੀ ਦੇ ਦਿੱਤਾ ਸੀ। ਤਿਆਰ ਹੁੰਦੇ ਹੀ ਸਾਰਾ ਪੈਸਾ ਭਰਨਾ ਪਏਗਾ। ਘਰ ਤੇ ਪਲਾਟ ਦਲਜੀਤ ਦੇ ਹੀ ਨਾਂ ਸੀ। ਗੁਰਬੀਰ ਦੀ 2 ਨੰਬਰ ਦੀ ਕਮਾਈ ਵੀ ਉਸ ਦੇ ਬੁਟੀਕ ਦੇ ਨਾਮ 'ਤੇ ਹੀ 1 ਨੰਬਰ ਵਿੱਚ ਹੋ ਰਹੀ ਸੀ। ਫਿਰ ਵੀ ਪੈਸਿਆਂ ਦੇ ਲੈਣ ਦੇਣ ਵਿੱਚ ਗੁਰਬੀਰ ਦੀ ਸਹਿਮਤੀ ਜ਼ਰੂਰੀ ਸੀ। 1000-2000 ਦੀ ਗੱਲ ਹੋਵੇ ਤਾਂ ਕੋਈ ਅੱਖ ਬੰਦ ਕਰਕੇ ਵੀ ਦੇ ਦੇਵੇ। ਜਦੋਂ ਰਾਤ ਨੂੰ ਗੁਰਬੀਰ ਘਰ ਆਇਆ ਤਾਂ ਉਸਨੇ ਉਸ ਨਾਲ ਗੱਲ ਕੀਤੀ। ਸੁਣ ਕੇ ਗੁਰਬੀਰ ਚੁੱਪ ਹੋ ਗਿਆ। ਫਿਰ ਕਹਿੰਦਾ, ਦਲਜੀਤ, ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਜੇ ਪੈਸਾ ਰਿਸ਼ਤੇ ਬਣਾਉਂਦਾ ਹੈ ਤਾਂ ਖਰਾਬ ਵੀ ਕਰਦਾ ਹੈ। ਜਦੋਂ ਤੱਕ ਅਸੀਂ ਦਿੰਦੇ ਹਾਂ ਤਾਂ ਅਸੀਂ ਬਹੁਤ ਚੰਗੇ ਹਾਂ, ਪਰ ਜਦੋਂ ਆਪਣਾ ਦਿੱਤਾ ਹੋਇਆ ਪੈਸਾ ਅਸੀਂ ਮੰਗਦੇ ਹਾਂ ਤਾਂ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਬਣ ਜਾਂਦੇ ਹਾਂ। ਰਿਸ਼ਤਿਆਂ ਦੀ ਸਾਰੀ ਮਿਠਾਸ ਜ਼ਹਿਰ ਬਣ ਜਾਂਦੀ ਹੈ। ਦਲਜੀਤ ਕਹਿੰਦੀ, ਉਹ ਮੇਰੇ ਮਾਂ-ਪਿਓ ਹਨ। ਜੇ ਇਹ ਪੈਸੇ ਉਹਨਾਂ ਦੇ ਕੰਮ ਨਹੀਂ ਆਉਣਗੇ ਤਾਂ ਫਿਰ ਕਿਸ ਦੇ ਲਈ ਕੰਮ ਆਉਣਗੇ? ਦਲਜੀਤ ਨੇ ਮਾਣ ਜਤਾਉਂਦੇ ਹੋਏ ਕਿਹਾ, ਇਹ ਗੱਲ ਵੱਖ ਹੈ ਦਲਜੀਤ ਕਿ ਸਮਾਜ ਵਿੱਚ ਰਹਿੰਦਿਆਂ ਪੈਸਿਆਂ ਦਾ ਲੈਣ ਦੇਣ ਕਰਨਾ ਪੈਂਦਾ ਹੈ, ਪਰ ਕਈ ਵਾਰ ਇਹੀ ਲੈਣ ਦੇਣ ਰਿਸ਼ਤਿਆਂ ਨੂੰ ਖਤਮ ਕਰ ਦਿੰਦਾ ਹੈ। ਆਪਣੇ ਕੋਲ ਪੈਸਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਪੈਸਾ ਹਰ ਕਿਸੇ ਨੂੰ ਐਵੇਂ ਹੀ ਦੇ ਦਈਏ। ਤੂੰ ਪਹਿਲਾਂ ਵੀ ਬਹੁਤ ਪੈਸਾ ਇਹਨਾਂ ਨੂੰ ਦੇ ਚੁੱਕੀ ਹੈ। ਮੈਂ ਮਨਾ ਨਹੀਂ ਕਰਦਾ, ਤੇਰੇ ਭਰਾ ਦੀ ਨੌਕਰੀ ਦਾ ਸਵਾਲ ਹੈ, ਪਰ ਤੂੰ ਜਿਸ ਦਿਨ ਇਹ ਪੈਸਾ ਵਾਪਸ ਮੰਗਿਆ ਤਾਂ ਤੂੰ ਉਹਨਾਂ ਦੀ ਧੀ ਹੋ ਕੇ ਵੀ ਉਹਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਜਾਏਂਗੀ। ਦਲਜੀਤ ਕਹਿੰਦੀ, ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਹੋਏਗਾ। ਗੁਰਬੀਰ ਹੱਸ ਪਿਆ ਤੇ ਕਹਿੰਦਾ, ਇਸ ਗੱਲ ਦੀ ਗੰਢ ਬੰਨ੍ਹ ਲਾ ਕਿ ਜ਼ਰੂਰ ਇੱਕ ਦਿਨ ਇਹ ਹੋਵੇਗਾ। ਚਲੋ, ਉਦੋਂ ਦੀ ਉਦੋਂ ਵੇਖੀ ਜਾਵੇਗੀ, ਪਰ ਹੁਣ ਤੂੰ 3 ਲੱਖ ਰੁਪਏ ਉਹਨਾਂ ਨੂੰ ਦੇ ਦੇ। ਗੁਰਬੀਰ ਕਹਿੰਦਾ, ਦੇ ਦੇ, ਤੇਰੇ ਕੋਲ ਹੀ ਤਾਂ ਪੈਸੇ ਹੁੰਦੇ ਆ।
ਫਿਰ ਦਲਜੀਤ ਨੇ 3 ਲੱਖ ਰੁਪਏ ਆਪਣੀ ਮਾਂ ਨੂੰ ਦੇ ਦਿੱਤੇ ਤੇ ਉਸਦੇ ਭਰਾ ਦੀ ਨੌਕਰੀ ਲੱਗ ਗਈ। ਪਰ ਵੱਡਾ ਮੁੰਡਾ ਘਰੇ ਹੀ ਬੈਠਾ ਸੀ। ਮਾਂ-ਪਿਓ ਦੀ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਉਹੀ ਸੀ। ਉਸ ਦੀ ਉਮਰ ਵੀ ਨਿਕਲ ਗਈ ਸੀ। ਜਾਂ ਤਾਂ ਉਹ ਕੋਈ ਪ੍ਰਾਈਵੇਟ ਨੌਕਰੀ ਕਰਦਾ ਜਾਂ ਫਿਰ ਕੋਈ ਪ੍ਰਾਈਵੇਟ ਕੰਮ ਚਲਾਉਂਦਾ। ਕੁਝ ਦਿਨਾਂ ਬਾਅਦ ਪਤਾ ਚੱਲ ਗਿਆ ਕਿ ਉਹ ਕੀ ਕਰਨਾ ਚਾਹੁੰਦਾ ਹੈ। ਇੱਕ ਦਿਨ ਦਲਜੀਤ ਦੀ ਮੰਮੀ ਸਵੇਰੇ ਆ ਗਈ। ਦਲਜੀਤ ਦੀ ਕੁੜੀ 1 ਸਾਲ ਦੀ ਹੋ ਗਈ ਸੀ ਹੁਣ, ਤੇ ਕੁਝ ਦਿਨਾਂ ਬਾਅਦ ਉਸ ਦਾ ਜਨਮ ਦਿਨ ਸੀ। ਉਸ ਦਿਨ ਦਲਜੀਤ ਦੀ ਮੰਮੀ ਆਪਣੀ ਦੋਹਤੀ ਨੂੰ ਬਹੁਤ ਲਾਡ ਪਿਆਰ ਕਰ ਰਹੀ ਸੀ। ਫਿਰ ਜਦੋਂ ਗੁਰਬੀਰ ਆਫਿਸ ਚਲਾ ਗਿਆ ਤਾਂ ਉਹ ਆਪਣੀ ਕੁੜੀ ਨੂੰ ਕਹਿੰਦੀ, ਦਲਜੀਤ, ਇੱਕ ਬਹੁਤ ਜ਼ਰੂਰੀ ਕੰਮ ਹੈ। ਕਹਿਣ ਵਿੱਚ ਸ਼ਰਮ ਤਾਂ ਆ ਰਹੀ ਹੈ, ਪਰ ਕਹਿ ਬਿਨਾਂ ਕੰਮ ਨਹੀਂ ਹੋਣਾ। ਰੱਬ ਕਰੇ ਗੁਰਬੀਰ ਦੀ ਉਮਰ ਲੰਬੀ ਹੋਵੇ, ਉਸ ਦੀ ਨੌਕਰੀ ਇਸ ਤਰ੍ਹਾਂ ਹੀ ਬਣੀ ਰਹੇ ਤੇ ਤੁਹਾਡੇ ਉੱਤੇ ਪੈਸਿਆਂ ਦਾ ਮੀਂਹ ਵਰਦਾ ਰਹੇ ਤੇ ਤੂੰ ਸਦਾ ਖੁਸ਼ੀਆਂ ਵਿੱਚ ਝੂਲਦੀ ਰਹੇ। ਦਲਜੀਤ ਨੇ ਹੱਸ ਕੇ ਕਿਹਾ, ਬੜੀਆਂ ਵੱਡੀਆਂ ਗੱਲਾਂ ਕਰ ਰਹੀ ਹੈ। ਲੱਗਦਾ ਹੈ ਅੱਜ ਕੋਈ ਬਹੁਤ ਵੱਡੀ ਡਿਮਾਂਡ ਹੈ। ਫਿਰ ਦਲਜੀਤ ਦੀ ਮੰਮੀ ਕਹਿੰਦੀ ਕਿ ਦਲਜੀਤ, ਆਪਣੀ ਔਲਾਦ ਲਈ ਮਾਂ-ਪਿਓ ਨੂੰ ਪਤਾ ਨਹੀਂ ਕਿੰਨਾ ਦੇ ਅੱਗੇ ਹੱਥ ਅੱਡਣੇ ਪੈਂਦੇ ਆ। ਦਲਜੀਤ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਕਿ ਹੁਣ ਇਹੋ ਜਿਹੀ ਕਿਹੜੀ ਜ਼ਰੂਰਤ ਪੈ ਗਈ। ਹੁਣ ਕੀ ਦੱਸਾਂ, ਤੇਰਾ ਭਰਾ ਵਿਹਲਾ ਬੈਠਾ ਹੈ, 30 ਸਾਲਾਂ ਦਾ ਹੋ ਗਿਆ, ਵਿਆਹ ਕਰਨਾ ਹੈ, ਪਰ ਇੱਕ ਵਿਹਲੇ ਬੇਕਾਰ ਨੂੰ ਕੌਣ ਆਪਦੀ ਧੀ ਵਿਆਹੇਗਾ। ਉਸ ਦਾ ਵਿਆਹ ਕਰਨ ਲੱਗੇ ਹੋ ਤੁਸੀਂ? ਨਹੀਂ ਪੁੱਤ, ਮੈਂ ਤਾਂ ਉਸ ਨੂੰ ਕੋਈ ਕੰਮ ਚਲਾ ਕੇ ਦੇਣ ਨੂੰ ਕਹਿ ਰਹੀ ਸੀ। ਜੇ ਕੁਝ ਕਰੇਗਾ ਨਾ ਤਾਂ ਵਿਆਹ ਕਿਵੇਂ ਹੋਏਗਾ। ਆਪਣੀ ਗਲੀ ਵਿੱਚ ਹੀ ਇੱਕ ਦੁਕਾਨ ਖਾਲੀ ਪਈ ਹੈ। ਸੋਚਦੇ ਹਾਂ ਕਿ ਉਸ ਲਈ ਇੱਕ ਕਰਿਆਨੇ ਦੀ ਦੁਕਾਨ ਖੋਲ੍ਹ ਦਈਏ। ਤਾਂ ਖੋਲ੍ਹ ਦਿਓ, ਦਲਜੀਤ ਨੇ ਖੁਸ਼ੀ ਨਾਲ ਕਿਹਾ। ਦਲਜੀਤ ਦੀ ਮੰਮੀ ਕਹਿੰਦੀ, ਖੋਲ੍ਹ ਤਾਂ ਦਈਏ, ਪਰ ਸਾਡੇ ਕੋਲ ਇੰਨਾ ਪੈਸਾ ਕਿੱਥੋਂ ਆਏਗਾ। ਜੇ ਤੁਸੀਂ ਕੋਈ ਮਦਦ ਕਰ ਦਿਓ ਤਾਂ। ਮਦਦ? ਦਲਜੀਤ ਦੀ ਆਵਾਜ਼ ਇੱਕਦਮ ਬੰਦ ਹੋ ਗਈ। ਕਿੰਨੀ ਕੁ ਮਦਦ? ਦਲਜੀਤ ਦੀ ਮੰਮੀ ਕਹਿੰਦੀ, ਕੋਈ ਇਹੀ 10 ਲੱਖ ਰੁਪਈਆਂ ਦੀ। 10 ਲੱਖ ਰੁਪਈਏ? ਦਲਜੀਤ ਸੁਣ ਕੇ ਹੈਰਾਨ ਹੋ ਗਈ। ਉਸ ਨੂੰ ਗੁਰਬੀਰ ਦੀ ਕਹੀ ਗੱਲ ਯਾਦ ਆ ਗਈ। ਮੰਮੀ, 10 ਲੱਖ ਰੁਪਈਏ ਬਹੁਤ ਵੱਡੀ ਰਕਮ ਹੁੰਦੀ ਹੈ। 3 ਲੱਖ ਤੇ ਹੀ ਗੁਰਬੀਰ ਬਹੁਤ ਨਾਰਾਜ਼ ਹੋਇਆ ਸੀ। ਹੁਣ 10 ਲੱਖ ਰੁਪਏ ਪਤਾ ਨਹੀਂ ਦੇਏਗਾ ਜਾਂ ਨਹੀਂ। ਦਲਜੀਤ ਨੇ ਆਪਣੀ ਮੰਮੀ ਨੂੰ ਕਿਹਾ ਕਿ ਇਹ ਗੱਲ ਤੂੰ ਖੁਦ ਉਸ ਨਾਲ ਕਰ ਲਈ। ਦਲਜੀਤ ਦੀ ਮੰਮੀ ਕਹਿੰਦੀ ਕਿ ਤੂੰ ਇੱਕ ਵਾਰੀ ਕਹਿ ਕੇ ਤਾਂ ਵੇਖ। ਨਹੀਂ ਮੰਮੀ, ਅਜੇ ਕੁਝ ਦਿਨ ਪਹਿਲਾਂ ਹੀ ਗੁਰਬੀਰ ਨੇ ਪਟਿਆਲੇ ਇੱਕ ਘਰ ਬੁੱਕ ਕੀਤਾ ਹੈ। ਕੈਸ਼ ਡਾਊਨ ਪੇਮੈਂਟ ਤੇ ਪੂਰਾ ਪੈਸਾ ਇੱਕ ਮੁੱਠ ਭਰਨਾ ਪਏਗਾ। ਇਸ ਤੋਂ ਇਲਾਵਾ 2 ਪਲਾਟ ਵੀ ਲਏ ਹਨ। ਹੁਣ ਹਰ ਮਹੀਨੇ ਉਸ ਦੀ ਮੁੱਠੀ ਘੁੱਟਦੀ ਜਾਂਦੀ ਹੈ। ਮੈਂ ਪਹਿਲਾਂ ਹੀ ਬਹੁਤ ਬੁਰੀ ਬਣ ਚੁੱਕੀ ਹਾਂ, ਹੁਣ ਹੋਰ ਬੁਰੀ ਨਹੀਂ ਬਣਨਾ ਚਾਹੁੰਦੀ। ਦਲਜੀਤ ਨੇ ਸਾਫ਼-ਸਾਫ਼ ਕਹਿ ਦਿੱਤਾ। ਉਸ ਦੀ ਮੰਮੀ ਕਹਿੰਦੀ, ਦਲਜੀਤ, ਤੂੰ ਹੁਣ ਬਦਲ ਗਈ ਹੈ। ਮੰਨਿਆ ਕਿ ਤੇਰੇ ਕੋਲ ਪੈਸਾ ਹੈ, ਪਰ ਉਹ ਦਿਨ ਤੂੰ ਭੁੱਲ ਗਈ। ਤੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅਸੀਂ ਕਿਹੜੇ ਕਸ਼ਟ ਝੱਲਦੇ ਸੀ। ਮੰਮੀ ਦੀ ਆਵਾਜ਼ ਵਿੱਚ ਨਾਰਾਜ਼ਗੀ ਤੇ ਗੁੱਸਾ ਸੀ। ਮੰਮੀ, ਤੂੰ ਤਾਂ ਗੁੱਸਾ ਕਰ ਗਈ, ਪਰ ਤੂੰ ਨਹੀਂ ਜਾਣਦੀ ਕਿ ਗੁਰਬੀਰ ਕਿੰਨੀ ਮਿਹਨਤ ਨਾਲ ਪੈਸਾ ਕਮਾਉਂਦਾ ਹੈ। ਕੀ ਉਸ ਨੂੰ ਤਕਲੀਫ ਨਹੀਂ ਹੁੰਦੀ ਜਦੋਂ ਇਹ ਪੈਸਾ ਮੈਂ ਬੇਰਹਿਮੀ ਨਾਲ ਲੁਟਾਉਂਦੀ ਹਾਂ? ਪੁੱਤ, ਇਹ ਕੋਈ ਲੁੱਟ ਨਹੀਂ, ਜ਼ਰੂਰਤ ਹੈ, ਇਸ ਲਈ ਮੰਗ ਰਹੀ ਹਾਂ। ਤੂੰ ਖੁਦ ਗਰਜ਼ ਹੋ ਗਈ ਹੈ। ਕੋਈ ਗੱਲ ਨਹੀਂ, ਮੈਂ ਗੁਰਬੀਰ ਤੋਂ ਹੀ ਮੰਗ ਲਵਾਂਗੀ। ਤੇਰੇ ਅੱਗੇ ਹੱਥ ਕਦੀ ਨਹੀਂ ਕਰਾਂਗੀ। ਮਾਂ ਮੂੰਹ ਫੁਲਾ ਕੇ ਚਲੀ ਗਈ। ਦਲਜੀਤ ਨੂੰ ਅੱਜ ਸਮਝ ਆ ਰਿਹਾ ਸੀ ਕਿ ਪੈਸਿਆਂ ਦਾ ਲੈਣ ਦੇਣ ਰਿਸ਼ਤਿਆਂ ਵਿੱਚ ਖਟਾਸ ਭਰ ਦਿੰਦਾ ਹੈ। ਹੁਣ ਇਹੋ ਜਿਹਾ ਹੀ ਕੁਛ ਦਲਜੀਤ ਤੇ ਉਸਦੇ ਪੇਕਿਆਂ ਵਿੱਚ ਹੋਣ ਵਾਲਾ ਸੀ। ਕਿਸੇ ਅਣਹੋਣੀ ਦੇ ਡਰ ਤੋਂ ਉਹ ਡਰ ਰਹੀ ਸੀ। ਉਹ ਸੋਚ ਰਹੀ ਸੀ ਕਿ ਕਾਸ਼ ਕੋਈ ਉਸ ਦੇ ਨਾਲ ਘਟਨਾ ਨਾ ਹੋ ਜਾਏ। ਦਲਜੀਤ ਨੇ ਗੁਰਬੀਰ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ। ਅਗਲੇ ਦਿਨ ਸਵੇਰੇ 8 ਵਜੇ ਹੀ ਦਲਜੀਤ ਦੇ ਮੰਮੀ ਪਾਪਾ ਉਹਨਾਂ ਦੇ ਘਰ ਆ ਗਏ। ਗੁਰਬੀਰ ਨੇ ਹੈਰਾਨੀ ਨਾਲ ਦਲਜੀਤ ਵੱਲ ਵੇਖਿਆ ਤੇ ਫਿਰ ਇਸ਼ਾਰੇ ਨਾਲ ਪੁੱਛਿਆ, ਕੀ ਗੱਲ ਹੈ? ਦਲਜੀਤ ਸਭ ਕੁਝ ਜਾਣਦੀ ਸੀ, ਪਰ ਫਿਰ ਵੀ ਪਤਾ ਨਹੀਂ ਕਹਿ ਕੇ ਸਿਰ ਹਿਲਾ ਦਿੱਤਾ, ਜਿਵੇਂ ਉਹ ਕੁਝ ਨਾ ਜਾਣਦੀ ਹੋਵੇ। ਚਾਹ ਪੀਂਦੇ ਹੋਏ ਦਲਜੀਤ ਦੇ ਡੈਡੀ ਨੇ ਬੜੀ ਹੌਲੀ ਜਿਹੀ ਆਵਾਜ਼ ਵਿੱਚ ਗੁਰਬੀਰ ਨੂੰ ਕਿਹਾ, ਤੇਰੇ ਸਮੇਂ ਨਾਲ ਵੀ ਸਾਡਾ ਸਮਾਂ ਜੁੜਿਆ ਹੈ, ਨਹੀਂ ਤਾਂ ਬਹੁਤ ਕਸ਼ਟ ਵਿੱਚ ਜਿਉਂ ਰਹੇ ਹੁੰਦੇ ਅਸੀਂ। ਦਲਜੀਤ ਦਾ ਰਿਸ਼ਤਾ ਤੇਰੇ ਨਾਲ ਜੁੜ ਗਿਆ ਤਾਂ ਬਹੁਤ ਚੰਗਾ ਹੋ ਗਿਆ।
ਗੁਰਬੀਰ ਸਮਝ ਗਿਆ ਸੀ ਕਿ ਪੈਸੇ ਦੀ ਜ਼ਰੂਰਤ ਹੋਏਗੀ, ਤਾਂ ਹੀ ਜ਼ੁਬਾਨ ਵਿੱਚ ਮਿਸ਼ਰੀ ਘੁਲ ਰਹੀ ਹੈ। ਹੁਣ ਡਿਮਾਂਡ ਵੀ ਛੋਟੀ ਮੋਟੀ ਨਹੀਂ ਹੋਣੀ, ਨਹੀਂ ਤਾਂ ਸਹੁਰਾ ਸਾਹਿਬ ਨਾ ਆਉਂਦੇ। ਥੋੜ੍ਹੀ ਬਹੁਤੀ ਹੁੰਦੀ ਤਾਂ ਉਹ ਦਲਜੀਤ ਤੋਂ ਹੀ ਮੰਗ ਲੈਂਦੇ। ਦੱਸੋ ਪਾਪਾ ਜੀ, ਮੈਂ ਕੀ ਕਰ ਸਕਦਾ ਹਾਂ? ਬੁਝਾਰਤਾਂ ਬੁੱਝਣ ਦਾ ਸਮਾਂ ਉਸ ਕੋਲ ਨਹੀਂ ਸੀ, ਕਿਉਂਕਿ ਉਸ ਨੇ ਆਫਿਸ ਜਾਣਾ ਸੀ। ਬੇਟਾ, ਤੇਰੇ ਕਰਕੇ ਤੇਰਾ ਛੋਟਾ ਸਾਲਾ ਤਾਂ ਨੌਕਰੀ 'ਤੇ ਲੱਗ ਗਿਆ, ਉਸ ਤੋਂ ਵੱਡਾ ਵਿਹਲਾ ਹੈ। ਹੁਣ ਸਰਕਾਰੀ ਨੌਕਰੀ ਲਈ ਤਾਂ ਉਸ ਦੀ ਉਮਰ ਨਹੀਂ ਰਹੀ, ਤੇ ਮੈਂ ਸੋਚਦਾ ਹਾਂ ਕਿ ਛੋਟਾ ਮੋਟਾ ਕੰਮ ਉਸ ਨੂੰ ਚਲਾ ਦਿੰਦਾ ਹਾਂ। ਦਲਜੀਤ ਦੇ ਪਾਪਾ ਦੀ ਜ਼ੁਬਾਨ ਵਿੱਚੋਂ ਅਜੇ ਤੱਕ ਸ਼ਹਿਦ ਚੋਰਿਆ ਸੀ। ਚੰਗੀ ਗੱਲ ਹੈ ਪਾਪਾ, ਗੁਰਬੀਰ ਨੇ ਕਿਹਾ। ਦਲਜੀਤ ਦਾ ਪਾਪਾ ਕਹਿੰਦਾ, ਮੇਰੇ ਕੋਲ ਤਾਂ ਕੁਝ ਹੈ ਨਹੀਂ। ਰਿਟਾਇਰਮੈਂਟ ਤੋਂ ਜਿਹੜਾ ਪੈਸਾ ਮੈਨੂੰ ਮਿਲਿਆ ਸੀ, ਉਹ ਮੈਂ ਸਾਰਾ ਦਲਜੀਤ ਦੇ ਵਿਆਹ 'ਤੇ ਖਰਚ ਕਰ ਦਿੱਤਾ। ਇਹ ਦੱਸ ਕੇ ਤਾਂ ਜਿਵੇਂ ਗੁਰਬੀਰ 'ਤੇ ਉਹ ਬਹੁਤ ਵੱਡਾ ਅਹਿਸਾਨ ਕੀਤਾ ਹੋਵੇ। ਉਹਨਾਂ ਦਾ ਬਿਨਾਂ ਦਾਜ ਤੋਂ ਵਿਆਹ ਹੋਇਆ ਸੀ, ਪਤਾ ਨਹੀਂ ਪੈਸੇ ਕਿੱਥੇ ਲਗਾਇਆ ਸੀ। ਗੁਰਬੀਰ ਉਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਨਹੀਂ ਹੋਇਆ ਤੇ ਸਿੱਧਾ ਹੀ ਪੁੱਛਿਆ, ਦੱਸੋ ਕਿੰਨਾ ਪੈਸਾ ਚਾਹੀਦਾ ਹੈ? ਸੁਣ ਕੇ ਦਲਜੀਤ ਦੇ ਨਾਲ ਉਸ ਦੀ ਮੰਮੀ ਪਾਪਾ ਵੀ ਹੈਰਾਨ ਹੋ ਗਏ। ਉਹ ਤਾਂ ਸੋਚ ਰਹੇ ਸੀ ਕਿ ਗੁਰਬੀਰ ਇੰਨੀ ਜਲਦੀ ਨਹੀਂ ਮੰਨੇਗਾ। ਉਹ ਇੱਕ ਦੂਸਰੇ ਦਾ ਮੂੰਹ ਦੇਖਣ ਲੱਗੇ, ਪਰ ਗੁਰਬੀਰ ਜਿੰਨਾ ਉੱਪਰੋਂ ਕਠੋਰ ਸੀ, ਓਨਾ ਹੀ ਅੰਦਰੋਂ ਨਰਮ ਸੀ। ਉਹ ਕਿਸੇ ਨੂੰ ਵੀ ਦੁੱਖ ਵਿੱਚ ਨਹੀਂ ਵੇਖ ਸਕਦਾ ਸੀ। ਕੋਈ ਬਗਾਨਾ ਵੀ ਆ ਕੇ ਮੰਗਦਾ ਤਾਂ ਉਹ ਕੁਝ ਨਾ ਕੁਝ ਜ਼ਰੂਰ ਦਿੰਦਾ, ਪਰ ਉਹ ਪੈਸੇ ਦੀ ਕੀਮਤ ਵੀ ਜਾਣਦਾ ਸੀ, ਤੇ ਉਹ ਇਹ ਵੀ ਜਾਣਦਾ ਸੀ ਰਿਸ਼ਤੇਦਾਰਾਂ ਨਾਲ ਪੈਸੇ ਦਾ ਲੈਣ ਦੇਣ ਨਫ਼ਰਤ ਨੂੰ ਜਨਮ ਦਿੰਦਾ ਹੈ। ਪਰ ਇੱਥੇ ਮਾਮਲਾ ਉਲਟ ਸੀ। ਸਹੁਰਾ ਸਾਹਿਬ ਪਹਿਲੀ ਵਾਰ ਉਸ ਤੋਂ ਕੁਝ ਮੰਗਣ ਆਏ ਸੀ। ਮਨਾ ਵੀ ਨਹੀਂ ਕਰ ਸਕਦਾ ਸੀ। ਮਨਾ ਤਾਂ ਕਰਦਾ ਜੇ ਪਹਿਲਾਂ ਤੋਂ ਹੀ ਉਸਨੇ ਮੁੱਠ ਘੁੱਟ ਕੇ ਰੱਖੀ ਹੁੰਦੀ। ਉਸ ਦੇ ਘਰ ਪੈਸਾ ਬਹੁਤ ਸੀ, ਇਸ ਲਈ ਰਿਸ਼ਤੇਦਾਰ ਗੁੜ ਨੂੰ ਕੀੜੇ ਦੀ ਤਰ੍ਹਾਂ ਚਿੰਬੜੇ ਹੋਏ ਸੀ। ਪਹਿਲਾਂ ਦਿੰਦਾ ਸੀ, ਇਸ ਲਈ ਮਨਾ ਵੀ ਕਿਵੇਂ ਕਰਦਾ। ਉਹ ਦਲਜੀਤ ਨੂੰ ਤਾਂ ਕੁਝ ਵੀ ਕਹਿ ਸਕਦਾ ਸੀ, ਪਰ ਹੁਣ ਆਪਣੇ ਸਹੁਰੇ ਨੂੰ ਕਿਵੇਂ ਮਨਾ ਕਰਦਾ? ਦਲਜੀਤ ਦਾ ਪਾਪਾ ਵੀ ਚਲਾਕ ਸੀ। ਉਸ ਨੂੰ ਪਤਾ ਸੀ ਦਲਜੀਤ ਨੂੰ ਕੁਝ ਕਹਿਣ ਨਾਲ ਗੱਲ ਨਹੀਂ ਬਣਨੀ, ਇਸ ਲਈ ਉਹ ਸਿੱਧਾ ਹੀ ਗੁਰਬੀਰ ਦੇ ਕੋਲ ਆਇਆ। ਬੇਟਾ, ਜੇ 10 ਲੱਖ ਰੁਪਈਆ ਦੇ ਦਿੰਦਾ ਤਾਂ ਛੋਟੀ ਜਿਹੀ ਦੁਕਾਨ ਖੋਲ੍ਹ ਦੇਣੀ ਸੀ। ਗੁਰਬੀਰ ਦੇ ਅੱਖਾਂ ਸਾਹਮਣੇ ਕਈ ਦ੍ਰਿਸ਼ ਇੱਕੇ ਵਾਰ ਘੁੰਮ ਗਏ। ਦਲਜੀਤ ਦੇ ਖਾਤੇ ਵਿੱਚ ਕੋਈ 1-2 ਲੱਖ ਰੁਪਏ ਸੀ, ਜਿਹੜੇ ਉਸਨੇ ਇੱਕ ਨੰਬਰ ਵਿੱਚ ਕੀਤੇ ਸੀ। ਕੁਝ ਘਰੇ ਪਏ ਸੀ। 10 ਲੱਖ ਰੁਪਈਆ ਤਾਂ ਹੋ ਜਾਏਗਾ, ਪਰ ਉਸਨੇ ਕੁਝ ਟਾਈਮ ਪਹਿਲਾਂ ਹੀ ਕੈਸ਼ ਡਾਊਨ 'ਤੇ ਇੱਕ ਘਰ ਖਰੀਦਿਆ ਸੀ। ਦਿੱਤੇ ਹੋਏ ਸਮੇਂ ਤੱਕ ਇਕੱਠਾ ਪੈਸਾ ਭਰਨਾ ਸੀ। ਗੁਰਬੀਰ ਨੇ ਕਿਹਾ ਕਿ ਤੁਸੀਂ ਪਹਿਲੀ ਵਾਰ ਮੇਰੇ ਤੋਂ ਪੈਸੇ ਮੰਗੇ ਨੇ। ਜੇ ਮੈਂ ਮਨਾ ਤਾਂ ਨਹੀਂ ਕਰਾਂਗਾ, ਪਰ 10 ਲੱਖ ਰੁਪਈਆ ਵੀ ਕੋਈ ਛੋਟੀ ਰਕਮ ਨਹੀਂ ਹੁੰਦੀ। ਮੇਰੀਆਂ ਆਪਦੀਆਂ ਵੀ ਜ਼ਰੂਰਤਾਂ ਨੇ। ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਕੱਲ੍ਹ ਕੀ ਹੋਏਗਾ ਕੋਈ ਨਹੀਂ ਜਾਣਦਾ, ਇਸ ਲਈ ਮੈਂ ਪਹਿਲਾਂ ਹੀ ਕਹਿ ਦਿੰਦਾ ਹਾਂ, ਥੋੜ੍ਹੇ ਕਰਕੇ ਪੈਸੇ ਮੋੜਦੇ ਰਹਿਣਾ। ਇਹਨਾਂ ਪੈਸਿਆਂ ਨੂੰ ਬਿਨਾਂ ਵਿਆਜ ਦਾ ਉਧਾਰ ਸਮਝਣਾ। ਦਲਜੀਤ ਦੇ ਪਾਪਾ ਨੇ ਕਿਹਾ, ਪੁੱਤ, ਇਹ ਵੀ ਕੋਈ ਕਹਿਣ ਦੀ ਗੱਲ ਹੈ? ਫਿਰ ਇਹਨਾਂ ਪੈਸਿਆਂ ਨਾਲ ਹੀ ਦਲਜੀਤ ਦੇ ਭਰਾ ਨੇ ਕਰਿਆਨੇ ਦੀ ਦੁਕਾਨ ਖੋਲ੍ਹ ਲਈ। ਫਿਰ ਸਾਲ ਬਾਅਦ ਦਲਜੀਤ ਦੇ ਇੱਕ ਮੁੰਡਾ ਹੋਇਆ। ਫਿਰ ਉਹਨਾਂ ਨੇ ਮੁੰਡਾ ਹੋਣ ਕਰਕੇ ਬਹੁਤ ਧੂਮਧਾਮ ਨਾਲ ਪਾਰਟੀ ਕੀਤੀ। ਜਦੋਂ ਕੁੜੀ ਦਾ ਚੌਥਾ ਜਨਮ ਦਿਨ ਆਇਆ ਤਾਂ ਉਹ ਵੀ ਕਿਸੇ ਵਧੀਆ ਹੋਟਲ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਤੋਂ ਬਾਅਦ ਜਿਵੇਂ ਕਿਸੇ ਦੀ ਨਜ਼ਰ ਹੀ ਗੁਰਬੀਰ ਦੇ ਪਰਿਵਾਰ ਨੂੰ ਲੱਗ ਗਈ। ਉਸ ਦੀ ਸ਼ਿਕਾਇਤ ਵਿਜੀਲੈਂਸ ਅਤੇ ਐਂਟੀ ਕਰਪਸ਼ਨ ਵਿਭਾਗ ਵਿੱਚ ਕਿਸੇ ਨੇ ਕਰ ਦਿੱਤੀ। ਜਾਂਚ ਪੜਤਾਲ ਸ਼ੁਰੂ ਹੋਈ ਤਾਂ ਦਲਜੀਤ ਦੇ ਫਰਜ਼ੀ ਬੁਟੀਕ ਦੀ ਜਾਂਚ ਹੋਣ ਲੱਗੀ। ਗੁਰਬੀਰ ਦੇ ਹੱਥੋਂ ਸਾਰੇ ਪ੍ਰੋਜੈਕਟ ਵਾਪਸ ਲੈ ਲਏ ਗਏ। ਉਸ ਦੀ ਪੋਸਟਿੰਗ ਆਫਿਸ ਵਿੱਚ ਕਰ ਦਿੱਤੀ ਗਈ। ਉੱਥੇ 2 ਨੰਬਰ ਦੀ ਕਮਾਈ ਦਾ ਕੋਈ ਵਸੀਲਾ ਨਹੀਂ ਸੀ। ਉਹ ਤਾਂ ਜਿਵੇਂ ਸੁੱਕੇ ਰੇਗਿਸਤਾਨ ਵਿੱਚ ਇੱਕ ਬੂੰਦ ਲਈ ਤਰਸਣ ਲੱਗਿਆ। ਫਿਰ ਗੁਰਬੀਰ ਦੇ ਘਰ ਵਿੱਚ ਬਹੁਤ ਚੁੱਪ ਛਾ ਗਈ ਤੇ ਬਹੁਤ ਵੱਡੀ ਪਰੇਸ਼ਾਨੀ ਬਣ ਗਈ। ਗੁਰਬੀਰ ਤੇ ਦਲਜੀਤ ਵੀ ਆਪਸ ਵਿੱਚ ਬਹੁਤ ਘੱਟ ਗੱਲ ਕਰਦੇ। ਇਹੋ ਜਿਹੇ ਦਿਨ ਆਉਣਗੇ ਉਹਨਾਂ ਨੇ ਕਦੀ ਵੀ ਨਹੀਂ ਸੋਚਿਆ ਸੀ। ਉਹਨਾਂ ਦੇ ਇਸ ਮਾੜੇ ਟਾਈਮ ਵਿੱਚ ਉਹਨਾਂ ਨੂੰ ਹੌਸਲਾ ਦੇਣ ਵਾਲਾ ਵੀ ਕੋਈ ਨਹੀਂ ਸੀ। ਇੱਥੋਂ ਤੱਕ ਕਿ ਜੋ ਰੋਜ਼ ਪੈਸੇ ਮੰਗਦੇ ਸੀ, ਦਲਜੀਤ ਦੇ ਮੰਮੀ ਪਾਪਾ ਤੇ ਉਸ ਦੇ ਭਰਾ ਵੀ ਉਸ ਦੇ ਘਰ ਆਉਣੋਂ ਹਟ ਗਏ। ਇਸ ਦਾ ਇੱਕ ਇਹ ਵੀ ਕਾਰਨ ਸੀ ਕਿ ਗੁਰਬੀਰ ਕਿਤੇ ਉਹਨਾਂ ਤੋਂ ਪੈਸੇ ਵਾਪਸ ਨਾ ਮੰਗ ਲਵੇ, ਜਿਹੜੇ ਉਸ ਨੇ ਉਹਨਾਂ ਨੂੰ ਦਿੱਤੇ ਸੀ। ਇਸ ਦੇ ਵਿੱਚ ਹੀ ਉਸ ਦਾ ਘਰ ਬਣ ਕੇ ਤਿਆਰ ਹੋ ਗਿਆ ਤੇ ਬਿਲਡਰ ਵੱਲੋਂ
ਸਾਰੇ ਪੈਸੇ ਦੇਣ ਲਈ ਨੋਟਿਸ ਆ ਗਿਆ। ਗੁਰਬੀਰ ਪਹਿਲਾਂ ਹੀ ਪਰੇਸ਼ਾਨ ਸੀ। ਇਨਕੁਆਇਰੀ ਕਰਕੇ 2 ਨੰਬਰ ਦੀ ਕਮਾਈ ਵੀ ਬੰਦ ਹੋ ਗਈ ਸੀ। ਤਨਖਾਹ ਨਾਲ ਕੋਈ ਬਹੁਤ ਬਚਤ ਨਹੀਂ ਹੁੰਦੀ ਸੀ। ਠੇਕੇਦਾਰਾਂ ਨੇ ਵੀ ਉਸ ਨਾਲ ਦੂਰੀ ਬਣਾ ਲਈ। ਹੁਣ ਗੁਰਬੀਰ ਹਰ ਇੱਕ ਨੇ ਠੇਕੇਦਾਰ ਲਈ ਇੱਕ ਮਾਮੂਲੀ ਜਿਹਾ ਕਲਰਕ ਬਣ ਗਿਆ ਸੀ। ਬਹੁਤ ਸੋਚ ਵਿਚਾਰ ਕੇ ਉਸਨੇ ਦਲਜੀਤ ਨੂੰ ਕਿਹਾ ਕਿ ਆਪਣੇ ਪਾਪਾ ਨੂੰ ਪੈਸਿਆਂ ਲਈ ਕਹਿ, ਨਹੀਂ ਤਾਂ ਆਪਣਾ ਘਰ ਹੱਥ ਵਿੱਚੋਂ ਨਿਕਲ ਜਾਏਗਾ। ਦਲਜੀਤ ਨੇ ਕਿਹਾ, ਜੇ ਤੁਸੀਂ ਕਹੋਗੇ ਤਾਂ ਸ਼ਾਇਦ ਦੇ ਵੀ ਦੇਣਗੇ, ਮੇਰੇ ਕਹਿਣ 'ਤੇ ਨਹੀਂ ਦੇਣੇ। ਗੁਰਬੀਰ ਕਹਿੰਦਾ, ਤੂੰ ਇੱਕ ਵਾਰ ਕਹਿ ਕੇ ਤਾਂ ਵੇਖ। ਉਸ ਦੇ ਜ਼ੋਰ ਪਾਉਣ 'ਤੇ ਦਲਜੀਤ ਕਹਿੰਦੀ, ਮੈਂ ਮੰਮੀ ਨੂੰ ਕਹਿ ਸਕਦੀ ਹਾਂ। ਹਾਂ ਠੀਕ ਹੈ, ਉਸ ਨੂੰ ਹੀ ਕਹਿ। ਅਗਲੇ ਦਿਨ ਦਲਜੀਤ ਆਪਣੀ ਮੰਮੀ ਕੋਲ ਗਈ ਅਤੇ ਕੁਝ ਟਾਈਮ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਕਹਿੰਦੀ, ਮੰਮੀ ਤੈਨੂੰ ਤਾਂ ਪਤਾ ਹੀ ਹੈ ਗੁਰਬੀਰ ਦੇ ਖਿਲਾਫ ਇਨਕੁਆਇਰੀ ਚੱਲ ਰਹੀ ਹੈ। ਪਤਾ ਨਹੀਂ ਕਦੋਂ ਤੱਕ ਚੱਲੇਗੀ। ਹੁਣ ਘਰ ਦਾ ਵੀ ਨੋਟਿਸ ਆ ਗਿਆ ਹੈ ਬਕਾਇਆ ਦੇਣ ਦੇ ਲਈ, ਅਤੇ ਸਾਨੂੰ 3 ਮਹੀਨਿਆਂ ਦੇ ਲਈ ਅੰਦਰ ਹੀ ਅੰਦਰ ਬਕਾਇਆ ਜਮ੍ਹਾਂ ਕਰਾਉਣਾ ਪਏਗਾ। ਗੁਰਬੀਰ ਕਹਿੰਦਾ ਸੀ ਕਿ ਤੁਸੀਂ ਕੁਝ ਪੈਸੇ ਵਾਪਸ ਕਰ ਦਿਓ। ਦਲਜੀਤ ਦੀ ਮੰਮੀ ਨੂੰ ਇਹ ਗੱਲ ਸੁਣ ਕੇ ਜਿਵੇਂ ਬਹੁਤ ਗੁੱਸਾ ਆ ਗਿਆ ਅਤੇ ਕਹਿੰਦੀ, ਸਾਡੇ ਕੋਲ ਪੈਸੇ ਕਿੱਥੋਂ? ਦਲਜੀਤ ਕਹਿੰਦੀ, ਮੰਮੀ ਮੈਂ ਤੁਹਾਡੇ ਤੋਂ ਪੈਸੇ ਨਹੀਂ ਮੰਗਦੀ, ਮੈਂ ਜਿਹੜੇ ਅਸੀਂ ਤੁਹਾਨੂੰ ਦਿੱਤੇ ਆ ਉਹ ਪੈਸੇ ਮੰਗਦੀ ਹਾਂ। ਦਲਜੀਤ ਨੇ ਇਸ ਤਰ੍ਹਾਂ ਆਪਣੀ ਮੰਮੀ ਨੂੰ ਕਿਹਾ ਜਿਵੇਂ ਉਸ ਨੂੰ ਗੱਲ ਸਮਝ ਨਾ ਲੱਗੀ ਹੋਵੇ, ਅਤੇ ਉਹ ਕਹਿੰਦੀ, ਮੈਂ ਵੀ ਉਹਨਾਂ ਪੈਸਿਆਂ ਦੀ ਹੀ ਗੱਲ ਕਰ ਰਹੀ ਹਾਂ ਜੋ ਤੁਸੀਂ ਸਾਨੂੰ ਦਿੱਤੇ ਸੀ। ਸਾਰੇ ਦੁਕਾਨ 'ਤੇ ਲੱਗ ਗਏ। ਉਹ ਪੈਸੇ ਕਿਹੜਾ ਮੇਰੇ ਕੋਲ ਪਏ ਹਨ? ਦਲਜੀਤ, ਅਸੀਂ ਕਿਹੜਾ ਤੁਹਾਨੂੰ ਵਾਪਸ ਦੇਣ ਲਈ ਮੰਗੇ ਸੀ? ਉਹ ਕਿਹੜਾ ਤੁਹਾਡੀ ਖੂਨ ਪਸੀਨੇ ਦੀ ਕਮਾਈ ਸੀ? ਉਹ ਵੀ ਤਾਂ 2 ਨੰਬਰ ਦੀ ਹੀ ਕਮਾਈ ਸੀ। ਤੁਸੀਂ ਹੋਰ ਕਮਾ ਲਿਓ। ਇਹ ਤੂੰ ਕੀ ਕਹਿ ਰਹੀ ਹੈ ਮੰਮੀ? ਹਾਂ ਮੈਂ ਠੀਕ ਕਹਿ ਰਹੀ ਹਾਂ। ਗੁਰਬੀਰ ਦੀ ਅਜੇ ਬਹੁਤ ਚਿਰ ਨੌਕਰੀ ਚੱਲਣੀ ਹੈ। ਅੱਜ ਨਹੀਂ ਤਾਂ ਕੱਲ੍ਹ ਨੂੰ ਫਿਰ 2 ਨੰਬਰ ਦੀ ਕਮਾਈ ਵਾਲੀ ਥਾਂ 'ਤੇ ਲੱਗ ਜਾਏਗਾ। ਸਾਡੇ ਕੋਲ ਕਿਹੜਾ ਪੈਸਾ ਕਮਾਉਣ ਦਾ ਕੋਈ ਜ਼ਰੀਆ ਹੈ ਜਿਹੜਾ ਅਸੀਂ ਤੁਹਾਨੂੰ ਦੇ ਦਈਏ? ਉਸ ਦੁਕਾਨ ਦੀ ਕਮਾਈ ਨਾਲ ਅਸੀਂ ਘਰ ਚਲਾਈਏ ਕਿ ਤੁਹਾਨੂੰ ਜੋੜ ਕੇ ਦਈਏ? ਉਸ ਦੀ ਮਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਦਲਜੀਤ ਦਾ ਮੂੰਹ ਰੋਣ ਵਰਗਾ ਹੋ ਗਿਆ। ਉਸ ਦਾ ਆਪਣੀ ਮਾਂ ਨਾਲ ਲੜਨ ਨੂੰ ਦਿਲ ਕਰ ਰਿਹਾ ਸੀ, ਪਰ ਗੁੱਸੇ ਨਾਲ ਹੀ ਉਸ ਦਾ ਗਲ ਭਰ ਗਿਆ। ਉਹ ਸਿਰਫ ਇੰਨਾ ਹੀ ਕਹਿ ਸਕੀ ਕਿ ਉਹ ਮੈਨੂੰ ਘਰੋਂ ਕੱਢ ਦੇਣਗੇ। ਦਲਜੀਤ ਦੀ ਮੰਮੀ ਕਹਿੰਦੀ, ਇਹ ਉਸ ਗੱਲ ਦੀ ਤੂੰ ਚਿੰਤਾ ਨਾ ਕਰ। ਅਜੇ ਤੇਰੇ ਵਿਆਹ ਨੂੰ 7 ਸਾਲ ਵੀ ਨਹੀਂ ਹੋਏ। ਜੇ ਗੁਰਬੀਰ ਨੇ ਇਹੋ ਜਿਹੀ ਹਰਕਤ ਕੀਤੀ ਤਾਂ ਉਸ ਨੂੰ ਦਾਜ ਦੇ ਕੇਸ ਵਿੱਚ ਫਸਾ ਦਿਆਂਗੇ। ਤੁਸੀਂ ਇਹੋ ਜਿਹਾ ਕੰਮ ਕਰੋਗੇ? ਦਲਜੀਤ ਨੇ ਹੈਰਾਨ ਹੋ ਕੇ ਪੁੱਛਿਆ। ਹਾਂ ਅਸੀਂ ਕਰਾਂਗੇ। ਇਸ ਲਈ ਤੂੰ ਚੁੱਪ ਕਰਕੇ ਆਪਦੇ ਘਰੇ ਚਲੀ ਜਾ ਅਤੇ ਅੱਜ ਤੋਂ ਬਾਅਦ ਸਾਡੇ ਕੋਲੋਂ ਪੈਸੇ ਮੰਗਣ ਨਾ ਆਈ। ਉਹ ਮਨ ਹੀ ਮਨ ਬਹੁਤ ਦੁਖੀ ਹੋ ਰਹੀ ਸੀ ਅਤੇ ਗੁੱਸੇ ਨਾਲ ਉੱਥੋਂ ਘਰ ਆ ਗਈ। ਆਉਂਦਿਆਂ ਨੂੰ ਗੁਰਬੀਰ ਘਰੇ ਹੀ ਸੀ। ਉਹ ਦਲਜੀਤ ਦੀ ਹਾਲਤ ਦੇਖ ਕੇ ਸਮਝ ਗਿਆ ਸੀ। ਕਹਿੰਦਾ, ਕੀ ਉਹਨਾਂ ਨੇ ਜਵਾਬ ਦੇ ਦਿੱਤਾ? ਜਦੋਂ ਦਲਜੀਤ ਨੇ ਗੁਰਬੀਰ ਦੇ ਮੂੰਹ ਵੱਲ ਵੇਖਿਆ ਤਾਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਲੱਗ ਰਿਹਾ ਸੀ। ਤਾਂ ਵੇਖ ਕੇ ਦਲਜੀਤ ਨੂੰ ਉਸ 'ਤੇ ਬਹੁਤ ਤਰਸ ਆਇਆ। ਦਿਲ ਕੀਤਾ ਕਿ ਉਸ ਦੇ ਗਲ ਲੱਗ ਕੇ ਬਹੁਤ ਰੋਵੇ, ਪਰ ਬਸ ਇੰਨਾ ਹੀ ਕਹਿ ਸਕੀ, ਹਾਂ ਮੈਂ ਜਾਣਦਾ ਸੀ ਇਹੀ ਹੋਏਗਾ। ਪੈਸਾ ਇਹੋ ਜਿਹੀ ਚੀਜ਼ ਹੈ, ਰਿਸ਼ਤਿਆਂ ਨੂੰ ਜੋੜਦਾ ਘੱਟ ਅਤੇ ਤੋੜਦਾ ਜ਼ਿਆਦਾ ਹੈ। ਇਹੀ ਗੱਲ ਮੈਂ ਤੈਨੂੰ ਹਮੇਸ਼ਾ ਕਹਿੰਦਾ ਸੀ। ਗੁਰਬੀਰ, ਅੱਜ ਮੈਂ ਸਮਝ ਗਈ ਹਾਂ ਕਿ ਪੈਸੇ ਦੇ ਅੱਗੇ ਸਕੇ ਮਾਂ ਪਿਓ ਵੀ ਕਿਵੇਂ ਬੇਗਾਨੇ ਹੋ ਜਾਂਦੇ ਨੇ। ਬੇਗਾਨੇ ਤਾਂ ਫਿਰ ਵੀ ਪੈਸਾ ਵਾਪਸ ਕਰ ਦਿੰਦੇ ਨੇ, ਪਰ ਆਪਣੇ ਕਦੀ ਪੈਸਾ ਵਾਪਸ ਨਹੀਂ ਕਰਦੇ। ਆਪਣਾ ਈਮਾਨ, ਧਰਮ, ਰਿਸ਼ਤਾ ਸਭ ਖਤਮ ਕਰ ਲੈਂਦੇ ਨੇ। ਹੁਣ ਤੁਸੀਂ ਕੀ ਕਰੋਗੇ? ਉਸ ਨੇ ਗੱਚ ਭਰ ਕੇ ਪੁੱਛਿਆ। ਦਲਜੀਤ, ਮੈਂ ਤਾਂ ਕਿਸੇ ਨਾ ਕਿਸੇ ਤਰ੍ਹਾਂ ਪੈਸੇ ਦਾ ਪ੍ਰਬੰਧ ਕਰ ਹੀ ਲਊਂਗਾ, ਪਰ ਅੱਜ ਇੱਕ ਪਰਨ ਕਰਦਾ ਹਾਂ। ਚਾਹੇ ਕੋਈ ਜਿੰਨਾ ਮਰਜ਼ੀ ਲਾਲਚ ਦੇਵੇ, ਪਰ ਮੈਂ 2 ਨੰਬਰ ਦੇ ਪੈਸੇ ਨੂੰ ਹੱਥ ਨਹੀਂ ਲਾਵਾਂਗਾ। ਮੈਂ ਨਹੀਂ ਚਾਹੁੰਦਾ ਕਿ ਮੇਰੇ ਮਾਸੂਮ ਬੱਚਿਆਂ 'ਤੇ ਉਸ ਪੈਸੇ ਦਾ ਪਰਛਾਵਾਂ ਪਵੇ ਅਤੇ ਇਹ ਵਿਗੜ ਜਾਣ। ਰਿਸ਼ਤੇ ਟੁੱਟ ਗਏ ਤਾਂ ਕੋਈ ਗੱਲ ਨਹੀਂ, ਫਿਰ ਬਣ ਜਾਣਗੇ, ਪਰ ਬੱਚੇ ਵਿਗੜ ਗਏ ਤਾਂ ਸਾਰੀ ਉਮਰ ਭਰ ਰੋਣਾ ਪੱਲੇ ਪੈ ਜਾਵੇਗਾ। ਮੈਂ ਵੀ ਇਹੀ ਚਾਹੁੰਦੀ ਹਾਂ। ਪੈਸੇ ਦੇ ਕਿੰਨੇ ਰੰਗ ਮੈਂ ਦੇਖ ਲਏ। ਇਹ ਕਿਵੇਂ ਲੋਕਾਂ ਦੇ ਮਨ ਵਿੱਚ ਪਾਪ ਭਰ ਦਿੰਦਾ ਹੈ, ਇਹ ਵੀ ਦੇਖ ਲਿਆ। ਪੈਸਾ ਸੁੱਖ ਘੱਟ ਅਤੇ ਦੁੱਖ ਜ਼ਿਆਦਾ ਦਿੰਦਾ ਹੈ,
ਚਲੋ ਉੱਠੋ, ਅੱਜ ਤੋਂ ਅਸੀਂ ਇੱਕ ਨਵਾਂ ਜੀਵਨ ਆਰੰਭ ਕਰਦੇ ਹਾਂ। ਉਸਨੇ ਦਲਜੀਤ ਦੀ ਗੋਦੀ ਵਿੱਚੋਂ ਆਪਣਾ ਮੁੰਡਾ ਚੁੱਕ ਲਿਆ। ਦਲਜੀਤ ਉਸ ਦੇ ਮੋਢੇ 'ਤੇ ਆਪਣਾ ਸਿਰ ਰੱਖ ਕੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਭੁੱਲ ਗਈ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਆ? ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ, ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਰੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ। ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।